ਧਨ ਵਸੈ ਤਿਨ ਕਾ ਨਾਮ ਫਕੀਰ, ਜਿਨ ਕੈ ਪੱਲੇ ਤੂੰ ਵਸੈ। ਤੇ ਨਰ ਗੁਣੀ ਗਹੀ, ਸ੍ਰੀ ਨਾਨਕ ਪਗ ਪੰਕਜ ਬੰਦਨ। ਸਿਮਰੋ ਅੰਗਦ ਦੂਤ ਅਮਰਦਾਸ, ਜੀ ਸ੍ਰੀ ਗੁਰੂ ਰਾਮਦਾਸ, ਗੁਰ ਅਰਜਨ ਨਾਸ਼ਕ ਬਿਗਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪਰ ਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਰਾ, ਹਰੋ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਗਿਆਨ ਹੈ ਨਾਨਕ ਭਗਤ ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਪਰ ਅਨੁਰਾਗ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਜੋਏ। ਵਾਹਿਗੁਰੂ ਜੀ ਕੀ ਬਿਗਨ ਵਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਵਿਨਾਸ਼ਨ ਸੋਇ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਵਈਆ। ਇਹ ਕਾਲ ਮੈਂ ਸਰਬਤੀ ਸਕੀ ਵੈਸ ਸਰੀਰ ਤਰੇ ਵਿਦ ਤੇ ਸੁਖ ਰਾਸਾ।
कई कोट निहाल करे जिन मानव जाहि के नाम कटे जम बस निपजो श्री चंद महासुख कांदे आनंद बड़ा परवार हुलासा सुनता शिन नानकी अंग नमावत पावत यामी यमी जीव पसा गुरु जी का खालसा वाहिगुरु जी की फतेह। पतित पावन भगत वत्सल करुणा निदान सतगुरु गुरु पिता गुरु माता श्री गुरु ग्रंथ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਉੱਚੀ ਸੁੱਚੀ ਪਾਵਨ ਪਵਿੱਤਰ ਗੋਦ ਵਿੱਚ ਆਪ ਮਾਈ ਭਾਈ ਜਿਤਨੇ ਵੀ ਚੱਲ ਕੇ ਆਏ ਹੋ ਤੁਹਾਡੇ ਕਦਮਾਂ ਨੂੰ ਸਿਜਦਾ ਹੈ। ਗੁਰੂ ਸਾਹਿਬ ਦੇ ਬਚਨ ਹੈ, ਜਨ ਨਾਨਕ ਧੂੜ ਮੰਗੈ ਜੋ ਆਪ ਜਪੈ ਅਬ ਰਹਿ ਨਾਮ ਜਪਾਵੈ। ਕਹਿੰਦੇ ਉਸ ਰੱਬ ਦੇ ਪਿਆਰੇ ਦੀ ਧੂੜੀ ਮਿਲ ਜੇ ਜਿਹੜਾ ਆਪ ਜਪਦਾ ਏ ਤੇ ਹੋਰਨਾਂ ਨੂੰ ਵੀ ਜਪਾਉਂਦਾ ਏ। ਜਿੱਥੋਂ ਲੰਘੇ ਉਸ ਜਗ੍ਹਾ ਤੋਂ ਮਿੱਟੀ ਚੁੱਕ ਲਾ। ਤੋ ਗੁਰੂ ਸਾਹਿਬ ਆਪ ਵੀ ਇੱਕ ਵਾਰੀ ਕੌਦਤ ਕੀਤਾ ਕਿ ਗੁਰੂ ਕੀ ਸੰਗਤ ਬਾਬਾ ਵੱਡਾ ਇਕੱਠ ਸੀ ਤੇ ਆਏ ਤੇ ਜਦੋਂ ਮਹਾਰਾਜ ਦੇ ਦਰਸ਼ਨ ਕਰਨੇ ਸੀ ਪੰਚਮ ਗੁਰਦੇਵ ਇਹ ਪਾਵਨ ਪਵਿੱਤਰ ਗੱਦੀ ਸੋਢੀਆਂ ਦੀ ਵਰਸਾਈ ਤੇ ਉਹ ਇੱਕ ਦੂਜੇ ਨਾਲ ਬਹਿਸਣ ਲੱਗ ਪਏ। ਉਹ ਇੱਕ ਕਹਿੰਦਾ ਤੂੰ ਇੱਥੇ ਬਹਿ ਅਸੀਂ ਮੱਥਾ ਪਹਿਲਾਂ ਟੇਕਣ, ਦੂਜਾ ਕਹਿੰਦਾ ਤੂੰ ਇੱਥੇ ਬਹਿ ਅਸੀਂ ਮੱਥਾ ਪਹਿਲਾਂ ਟੇਕਣ। ਆਪਸ ਵਿੱਚ ਗੱਲ ਵੱਧ ਗਈ ਹੈ। ਇਹਨੇ ਚਿਰ ਨੂੰ ਹਜ਼ੂਰ ਪਾਤਸ਼ਾਹ ਤੁਰੇ ਆ ਰਹੇ ਸੀ। ਮਹਾਰਾਜ ਨੇ ਆਪਣੇ ਉੱਪਰ ਖੱਦਰ ਦੀ ਕੰਬਲੀ ਓੜ ਕੇ ਮੁੱਖ ਢੱਕ ਲਿਆ। ਥੋੜਾ ਜਿਹਾ ਹਨੇਰਾ ਮੌਸਮ ਸੀ। ਕਹਿੰਦੇ ਸਿੱਖੋ ਕਾਹਤੋਂ ਬੋਲਦੇ ਹੋ ਇੱਕ ਦੂਜੇ ਪ੍ਰਤੀ? ਕਹਿੰਦੇ ਜੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆਏ ਤੇ ਜੋੜਿਆਂ 'ਚ ਨਹੀਂ ਕੋਈ ਬਹਿੰਦਾ ਕਿਉਂਕਿ ਤੁਹਾਡੇ ਮਨ 'ਚ ਸ਼ੰਕਾ ਨਾ ਰਹੇ। ਤੇ ਮਹਾਰਾਜ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਗੁਰਮੁਖੋ ਜਾਓ ਤੁਸੀਂ ਸਾਰੇ ਮੱਥਾ ਟੇਕੋ, ਅਸੀਂ ਤੁਹਾਡੇ ਜੋੜਿਆਂ 'ਚ ਬਹਿੰਦੇ ਹਾਂ। ਇੰਨਾ ਪਿਆਰ ਕਰਦੇ ਸੀ ਸੰਗਤ ਨੂੰ ਮਹਾਰਾਜ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਸੰਗਤ ਵਿੱਚ ਹਰ ਇੱਕ ਬੰਦਾ ਨਹੀਂ ਬੈਠ ਸਕਦਾ ਕਿਉਂਕਿ ਜਿੱਦਾਂ ਭਾਵਨਾ ਹੀ ਹੈ ਕਿ ਜਿੱਦਾਂ ਆਪਾਂ ਕਿਸੇ ਸੱਜਣ ਮਿੱਤਰ ਦੇ ਘਰ ਜਾਂਦੇ ਹਾਂ, ਅਗਲਾ ਬਾਹਰਲੀ ਬੈਠਕ ਵਿੱਚ ਬਿਠਾ ਕੇ ਚਾਹ ਪਾਣੀ ਪਿਆ ਦਿੰਦਾ, ਪਰ ਜਿਹਨੂੰ ਆਪਾਂ ਖਾਸ ਸਮਝੀਏ ਪਿਆਰਾ ਸਮਝੀਏ ਉਹਨੂੰ ਆਪਾਂ ਸਭ ਤੋਂ ਅੱਗੇ ਲਿਜਾਈਦਾ। ਸੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਵੀ ਬੜੇ ਦਿਆਲੂ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਸਜੇ ਸੀ ਤੇ ਮਹਾਰਾਜ ਜੀ ਮੁਸਕਰਾਉਂਦੇ ਰਹਿੰਦੇ ਸੀ ਤਖਤ ਤੇ। ਕਿਸੇ ਨੇ ਸਵਾਲ ਕੀਤਾ ਬਹਾਦਰ ਸ਼ਾਹ ਨੇ ਮਹਾਰਾਜ ਦੇ ਜ਼ਖਮ ਖਰੋਚਣ ਵਾਸਤੇ। ਕਹਿੰਦੇ ਮਹਾਰਾਜ ਜੀ ਨੂੰ ਜਦੋਂ ਮਿਲਿਆ ਨਦੇੜ ਤੇ ਕਹਿੰਦਾ ਸਤਿਗੁਰੂ ਆਪ ਕੀ ਕੈਸੀ ਗੁਜਰੀ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਹਾਂ ਸੇ ਵੀ ਗੁਜਰਾ बड़ी बुलंदी से गुजरा बड़ी चिश्ती से गुजरा, मैं जहाँ से भी गुजरा बड़ी मस्ती से गुजरा। सतगुरु महाराज जी अपने पुत्रां दीयां लाशां को मुस्कुरा के लंघे सी। ऐदां दा बापू सी साडा। ते अज महाराज जी कहंदे पुੱਤ ਤੁਹਾਨੂੰ मैं किन्ना कुछ दिता तुसीं हसदे नहीं कदे। ते 50 किलियां वाला भी दुखी है ते 5 वाला भी दुखी है। ਜਿਹਦੇ ਕੋਲ 5 ਕਨਾਲਾਂ ਵੀ ਨਹੀਂ ਉਹ ਵੀ ਰੋਂਦਾ ਏ। ਸੋ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਸਤਿਗੁਰੂ ਮਹਾਰਾਜ ਕਹਿੰਦੇ ਬੜੀ ਬੁਲੰਦੀ ਸੇ ਗੁਜਰਾ ਬੜੀ ਪਿਸਤੀ ਸੇ ਗੁਜਰਾ ਮੈਂ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ। ਅਸਲ ਵਿੱਚ ਮਸਤੀ ਹੈ ਗੁਰਬਾਣੀ ਕਿਉਂਕਿ ਅੰਦਰ ਉਦੋਂ ਹੀ ਨੱਚਦਾ ਜਦੋਂ ਗੁਰੂ ਦਾ ਸ਼ਬਦ। ਉੱਦਾਂ ਤਾਂ ਆਪਾਂ ਸਾਰੇ ਸੋਚਾਂ ਦੇ ਵਿੱਚ ਡੁੱਬੇ ਹਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਸੀ ਤਖਤ ਤੇ। ਹੋਰ ਉਸ ਵੇਲੇ ਇੱਕ ਸਿੱਖ ਨੇ ਪੁੱਛਿਆ ਕਹਿੰਦੇ ਮਹਾਰਾਜ ਤੁਸੀਂ 8 ਪੈਰ ਮੁਸਕਰਾਉਂਦੇ ਰਹਿੰਦੇ ਹੈ,
ਮਹਾਰਾਜ ਕਹਿੰਦੇ ਜਿਹਨੂੰ ਕੋਈ ਖਜ਼ਾਨਾ ਲੱਭ ਜੇ ਨਾ, ਖਜ਼ਾਨਾ ਉਹਦੇ ਚਿਹਰੇ ਤੋਂ ਪਤਾ ਲੱਗਦਾ। ਜਿੱਦਾਂ ਠੱਗਾਂ ਨੇ ਮਹਾਰਾਜ ਨੂੰ ਘੇਰ ਲਿਆ ਸੀ ਗੁਰੂ ਨਾਨਕ ਸਾਹਿਬ ਨੂੰ, ਕਿਉਂਕਿ ਮਹਾਰਾਜ ਦਾ ਚਿਹਰਾ ਬੜਾ ਸੁਨੱਖਾ ਸੀ, ਲਾਲ ਸੁਰਖ ਚਿਹਰਾ ਸੀ, ਕਮਲ ਦੀਆਂ ਪੱਤੀਆਂ ਵਰਗਾ। ਮਰਦਾਨੇ ਦਾ ਵੀ ਚਿਹਰਾ ਸੀ, ਤੇ ਉਹਨਾਂ ਨੇ ਹਿਸਾਬ ਲਾਇਆ ਵੀ ਜਿੱਦਾਂ ਦੇ ਇਹਨਾਂ ਦੇ ਚਿਹਰੇ ਆ, ਕੋਈ ਵੱਡੇ ਹੀ ਬੰਦੇ ਲੱਗਦੇ ਆ, ਕਿਉਂਕਿ ਗਰੀਬ ਦੇ ਚਿਹਰੇ ਤੇ ਤਾਂ ਖੁਸ਼ਕੀ ਨਜ਼ਰ ਆਉਂਦੀ ਹੈ, ਤੇ ਜਿਹੜਾ ਵੱਡਾ ਬੰਦਾ ਹੁੰਦਾ ਚੰਗਾ ਖਾਣਾ ਚੰਗਾ ਪਾਉਣਾ, ਉਹਦਾ ਚਿਹਰੇ ਦੀ ਮੁਸਕਾਨ ਹੈ। ਉਹ ਸਾਰੇ ਇੱਕੋ ਜਿਹੀਆਂ ਆਪਾਂ ਵੈਸੇ ਸਰੀਰ ਪੱਖੋਂ, ਪਰ ਜਿੱਦਾਂ ਦੀ ਰਹਿਣੀ ਬਹਿਣੀ ਫਰਕ ਜ਼ਰੂਰ ਪਾਉਂਦੀ ਹੈ। ਭਾਵੇਂ ਕਿਤਨਾ ਵੀ ਕੋਈ ਸੁੰਦਰ ਹੋਵੇ, ਪਰ ਗਰੀਬੀ ਅਮੀਰੀ ਜਿਹੜੀ ਰੰਗ ਦਿਖਾਉਂਦੀ ਹੈ। ਤੋ ਕਹਿੰਦੇ ਗੁਰੂ ਸਾਹਿਬ ਦੇ ਚਿਹਰੇ ਦਾ ਰੰਗ ਦਗਦਾ। ਮਰਦਾਨੇ ਦਾ ਤੇ ਠੱਗਾਂ ਨੇ ਵੇਖਿਆ ਵੀ ਇਹਨਾਂ ਕੋਲ ਖਜ਼ਾਨਾ ਵਾਵਾ ਹੀ ਹੈ, ਤਾਂ ਮਹਾਰਾਜ ਨੂੰ ਬੰਨ ਲਿਆ ਸੀ। ਉਹਨਾਂ ਨੇ ਮਾਰਨ ਲੱਗੇ। ਮਹਾਰਾਜ ਕਹਿੰਦੇ ਕਾਹਤੋਂ? ਕਹਿੰਦੇ ਤੁਹਾਡਾ ਖਜ਼ਾਨਾ ਲੁੱਟਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਆ ਪਹਿਲੋਂ ਖਜ਼ਾਨਾ ਲੁੱਟੋ। ਮੈਂ ਸਾਖੀ ਸੁਣਾਈ, ਮੈਂ ਪੰਛੀ ਝਾਤ ਮਰਾਉਣੀ ਹੈ। ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੋਣ ਦਿਆ ਵਾ, ਆਨੰਦ ਵੱਜੇ ਪਏ ਹੈ। ਤੋ ਕਹਿੰਦੇ ਨੇ ਉਸ ਵੇਲੇ ਮਹਾਰਾਜ ਜੀ ਨੇ ਰਬਾਬ ਖੋਲ ਕੇ ਕੱਪੜੇ ਚੋਂ ਕਹਿੰਦੇ ਆ ਜੇ ਸਾਡੇ ਕੋ ਖਜ਼ਾਨਾ। ਤੇ ਠੱਗ ਕਹਿੰਦੇ ਇਹ ਕੀ ਹੈ? ਮਹਾਰਾਜ ਕਹਿੰਦੇ ਇਸ ਖਜ਼ਾਨੇ ਦੇ ਅੰਦਰ, ਇਸ ਲੋਕਰ ਦੇ ਅੰਦਰ ਉਹ ਖਜ਼ਾਨਾ ਹੈ ਜਿਹੜਾ ਮਰਿਆਂ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ। ਠੱਗ ਕਹਿੰਦੇ ਹੈ? ਮਹਾਰਾਜ ਕਹਿੰਦੇ ਹਾਂ। ਕਹਿੰਦੇ ਦੁਨੀਆ 'ਚ ਬਹੁਤ ਚੋਰੀਆਂ ਕੀਤੀਆਂ ਤੁਸੀਂ, ਪਰ ਜਦੋਂ ਤੁਹਾਡੀ ਜਾਨ ਨਿਕਲੀ ਉਹ ਸਾਰਾ ਕੁਝ ਇੱਥੇ ਰਹਿ ਜਾਣਾ। ਤੁਹਾਡੇ ਬੱਚੇ ਭੈਣ ਭਰਾ ਵਰਤਣਗੇ, ਪਰ ਕਹਿੰਦੇ ਇਸ ਲੋਕਰ ਦੇ ਵਿੱਚ ਜਿਹੜਾ ਖਜ਼ਾਨਾ ਅਸੀਂ ਰੱਖਿਆ ਹੈ ਨਾ, ਉਹ ਖਜ਼ਾਨਾ ਏਦਾਂ ਦਾ ਹੈ ਜਿਹੜਾ ਤੁਹਾਨੂੰ ਅੱਗ ਸਾੜ ਦੇਗੀ, ਫੁੱਲ ਪਾਣੀ 'ਚ ਵਹਿ ਜਾਣਗੇ, ਭੋਗ ਪੈ ਜਾਊਗਾ, ਤਾਂ ਵੀ ਨਹੀਂ ਕੋਈ ਖੋ ਸਕਦਾ। ਠੱਗ ਬੈਠ ਗਿਆ, ਕਹਿੰਦੇ ਬਾਬਾ ਸਾਨੂੰ ਵੀ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਬਾਬ ਛੇੜ ਮਰਦਾਨਿਆ। ਉੱਥੇ ਫਿਰ ਬਾਣੀ ਦੇ ਪ੍ਰਵਾਹ ਚੱਲੇ। ਮਹਾਰਾਜ ਨੇ ਸ਼ਬਦ ਗਾਏ ਮਿੱਠੇ ਮਿੱਠੇ, ਤੇ ਠੱਗਾਂ ਨੇ ਸੁਣੇ। ਮਹਾਰਾਜ ਨੂੰ ਕਹਿੰਦੇ ਇਹ ਕੀ ਹੈ? ਮਹਾਰਾਜ ਕਹਿੰਦੇ ਇਹੋ ਤੇ ਖਜ਼ਾਨਾ ਜਿਹੜਾ ਕੋਈ ਇਕੱਠਾ ਨਹੀਂ ਕਰਦਾ। ਲੋਕੀ ਕੱਚ ਇਕੱਠਾ ਕਰਨ ਤੇ ਲੱਗੇ। ਕੋਈ ਅਮਰੀਕਾ ਪਹੁੰਚਿਆ ਤਾਂ 20 ਘੰਟੇ ਬ੍ਰੈਡ ਖਾ ਕੇ ਤੁਰਿਆ ਫਿਰਦਾ। ਆਪਾਂ ਤਾਂ ਫਿਰ ਵੀ ਕਿਤੇ ਪਰੌਂਠੇ ਮਾਤਾ ਲਾ ਦਿੰਦੀ ਹੈ, ਭੁੱਲ ਜਾਓ। ਅੱਛਾ ਫਿਰ ਵੀ ਇੱਕ ਦੂਜੇ ਨੂੰ ਹੱਸ ਕੇ ਬੁਲਾਈਦਾ। ਉੱਥੇ ਤਾਂ ਮੀਆਂ ਬੀਬੀ ਦੇ ਟਾਈਮ ਨਹੀਂ ਹੈਗਾ। ਗੁਸਤਾਖੀ ਮਾਫ ਕਰਿਓ। ਤੋ ਕਹਿਣ ਦਾ ਭਾਵ ਹੈ ਕਿ ਉਹ ਲੋਕੀ ਚੀਜ਼ ਹੁਣ ਯੂਕਰੇਨ ਨੇ ਥੋੜ੍ਹਾ ਕੁਝ ਮਿੰਟਾਂ ਦੇ ਵਿੱਚ ਮਿੱਟੀ 'ਚ ਮਿਲਾ ਕੇ ਰੱਖਤਾ ਅਗਲਿਆਂ। ਐਡੀਆਂ ਐਡੀਆਂ ਬਿਲਡਿੰਗਾਂ ਸੋਨੇ ਦੇ ਨਾਲ ਲੇਪ ਹੋਇਆ ਜਿਨ੍ਹਾਂ ਨੂੰ। ਤੋ ਇਸ ਕਰਕੇ ਸਾਡੇ ਬਾਪੂ ਨੇ ਸਾਡੇ ਸਿੱਖਾਂ ਨੂੰ ਪਿਆਰ ਕੀਤਾ, ਤੇ ਗੁਰੂ ਜਿਹਨੂੰ ਪਿਆਰ ਕਰੇ ਉਹਨੂੰ ਹੀ ਕੋਲੇ ਬਿਠਾਉਂਦਾ। ਏਦਾਂ ਕਥਾ ਕੀਰਤਨ 'ਚ ਦੂਜਾ ਨਹੀਂ ਬਹਿ ਸਕਦਾ। ਇਹ ਲਿਖ ਲਓ ਇੱਥੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਮੈਂ ਬਚਨ ਕਰ ਰਿਹਾ ਸੈ। ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਮੁਸਕਰਾਉਂਦੇ ਰਹਿੰਦੇ। ਮਹਾਰਾਜ ਕਹਿੰਦੇ ਸਾਡੇ ਕੋਲ ਖਜ਼ਾਨਾ ਹੀ ਏਦਾਂ ਦਾ, ਖਜ਼ਾਨਾ ਬਾਣੀ ਦਾ ਹੀ ਏਦਾਂ ਦਾ ਜਿਹੜਾ 24 ਘੰਟੇ ਖਿੜੇ ਰਹੀਦਾ। ਅੱਜ ਵੀ ਤੁਹਾਡੇ 'ਚ ਐਸੀਆਂ ਰੂਹਾਂ ਜਿਨ੍ਹਾਂ ਦੇ ਅੱਤ ਦੀ ਗਰੀਬੀ ਆ, ਅੱਤ ਦੀ ਗਰੀਬੀ ਹੈ ਵੀ ਆਟਾ ਇੱਕ ਡੰਗ ਦਾ ਮੁੱਲ, ਸਾਰਾ ਕੁਝ ਦਿਹਾੜੀ ਕਰਕੇ, ਪਰ ਉਹ ਨਿਤਨੇਮੀ, ਉਹਨਾਂ ਦਾ ਚਿਹਰਾ ਇੰਨਾ ਸਕੂਨ ਨਾਲ ਭਰਿਆ। ਮੈਂ ਜਾਂਦਾ ਰਹੀ ਨਾ, ਮੇਰਾ ਵਾਹ ਪੀਂਦਾ। ਗਰੀਬ ਦੇ ਘਰ ਵੀ ਮੈਂ ਰਹਿ ਕੇ ਵੇਖਿਆ ਤੇ ਅਮੀਰ ਦੇ ਵੀ, ਪਰ ਸੱਚ ਜਾਣਿਓ ਜਿੱਥੇ ਗਰੀਬ ਹੈ ਉੱਥੇ ਬੜੀ ਸਕੂਨ ਹੈ। ਜਿੱਥੇ ਵੱਡੇ ਵੱਡੇ ਮਹਿਲ ਹੈ ਉਹਨਾਂ 'ਚ ਕੁਝ ਨਹੀਂ ਮੈਂ ਤਾਂ ਲੱਭਿਆ। ਉੱਥੇ ਤਾਂ ਸੁੰਨਸਾਨ ਹੈ, ਹੰਕਾਰ ਦੀ ਬਦਬੂ ਆਉਂਦੀ ਹੈ। ਤੋ ਇਸੇ ਕਰਕੇ ਰਾਮ ਜੀ ਭੀਲਣੀ ਕੋ ਰਹਿਣਾ ਪਸੰਦ ਕੀਤਾ। ਬਿਦਰ ਕੁਲ ਕ੍ਰਿਸ਼ਨ ਜੀ ਰਾਤ ਰਹੇ, ਦੁਰਯੋਧਨ ਕੋ ਨਹੀਂ ਸੀ ਗਏ। ਇਸੇ ਤਰ੍ਹਾਂ ਮੇਰੇ ਨਾਨਕ ਜੀ ਮਲਕ ਭਾਗੋ ਦੇ ਚੁਬਾਰੇ 'ਚ ਨਹੀਂ, ਲਾਲੋ ਦੀ ਝੁੱਗੀ 'ਚ ਗਏ, ਕਿਉਂਕਿ ਮਹਾਰਾਜ ਭੁੱਖੇ ਪਿਆਰ ਦੇ ਹੈ। ਸਤਿਗੁਰੂ ਮਹਾਰਾਜ ਜੀ ਦੱਸੋ, ਤੁਸੀਂ ਖੁਸ਼ ਤਾਂ ਰਹਿੰਦੇ ਹੋ, ਪਰ ਤੁਹਾਡੀ ਖੁਸ਼ੀ ਸਿੱਖਾਂ ਤੇ ਕਦੋਂ ਹੁੰਦੀ? ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਕਥਾ ਕੀਰਤਨ ਗੁਰਬਾਣੀ ਚੱਲਦੀ ਹੋਵੇ, ਸੰਗਤ ਬੈਠੀ ਹੋਵੇ, ਤੇ ਤੈਨੂੰ ਵੀ ਕਿਤੇ ਮੌਕਾ ਮਿਲੇ, ਤੂੰ ਆ ਕੇ ਬਹਿ ਜੇ, ਸਮਝ ਲਾ ਅੱਜ ਮੈਂ ਤੇਰੇ ਤੇ ਖੁਸ਼ ਹਾਂ, ਅੱਜ ਮੈਂ ਤੇਰੇ ਤੇ ਪ੍ਰਸੰਨ ਹਾਂ, ਕਿਉਂਕਿ ਮੈਂ ਜਿਹਦੇ ਤੇ ਪ੍ਰਸੰਨ ਹੋਵਾਂ ਉਹਨੂੰ ਹੀ ਆਪਣੇ ਕੋਲ ਬੁਲਾਉਂਦਾ ਹਾਂ। ਆਓ ਸਾਧ ਸੰਗਤ, ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੋ ਰਿਹਾ। ਸਾਰੀ ਸੰਗਤ ਆਖੋ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਧੰਨ ਧੰਨ ਬਾਬਾ।
आओ पढ़ियो जी। कहर लाल आया प्यारा, कर लाल आया प्यारा। कर लाल आया प्यारा, आगे की कर लाल आया प्यारा, कर लाल आया प्यारा, कर लाल आया प्यारा। सब तिखा बुझाई, सब तिखा बुझाई, सब दिखा बुझाई, सब दिखा बुझाई। कर लाल आया प्यारा, कर लाल आया प्यारा। कर लाल आया प्यारा, कर लाल आया प्यारा। सब तिखा बुझाई, सब तिखा बुझाई, सब दिखा बुझाई, सब दिखा बुझाई। ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦ ਕੋਈ ਆਮ ਹਸਤੀ ਨਹੀਂ ਸੀ। ਕੋਈ ਵੱਡੀ ਬਖਸ਼ਿਸ਼ ਗੁਰੂ ਨਾਨਕ ਦੇ ਘਰ ਪੈਦਾ ਹੋਈ। ਰੱਬ ਦੇ ਘਰ ਉਹਦਾ ਹੀ ਜਨਮ ਹੋਊ, ਕੋਈ ਜਿਹੜਾ ਖਾਸ ਹੋਊ, ਆਮ ਨਹੀਂ। ਤੋ ਇਸ ਕਰਕੇ ਉਹਨਾਂ ਦਾ ਜੀਵਨ ਵੀ ਰਹਿਮਤਾਂ ਭਰਿਆ। ਵੱਡਾ ਸਥਾਨ ਹੈ ਮਹਾਂਪੁਰਖਾਂ ਦਾ ਭਾਰਤ ਵਿੱਚ। ਉਥੋਂ ਦਾ ਵੀ ਕਿੱਸਾ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਵਾਂ, ਕਿਉਂਕਿ ਅੱਗੇ ਪ੍ਰਸੰਗ ਫਿਰ ਹੁਣ ਮਲਸੀਆਂ ਵੱਲ ਨੂੰ ਤੁਰ ਪੈਣਾ, ਭਾਈ ਭਗੀਰਥ ਮਨਸੁਖ ਦਾ। ਤੋ ਬਾਬਾ ਸ਼੍ਰੀ ਚੰਦ ਜੀ ਮਹਾਂਪੁਰਖ ਜਦੋਂ ਉੱਥੇ ਗਏ ਸੀ ਨਾ, ਸਭ ਤੋਂ ਪਹਿਲੀ ਘਟਨਾ ਇੱਕ ਘਟੀ। ਇਹ ਗੁਰੂ ਕੇ ਬਾਗ ਗਏ ਹੋ ਸਾਰੇ? ਗੁਰੂ ਕੇ ਬਾਗ ਦਰਸ਼ਨ ਕਰਿਓ ਸੰਗਤੇ। ਵੈਸੇ ਕਹਿੰਦੇ ਨਾ ਵੀ ਜਿਹੜਾ ਡੱਡੂ ਆ ਨਾ, ਰਹਿੰਦਾ ਕਮਲ ਫੁੱਲ ਦੇ ਕੋਲ ਆ, ਪਰ ਮਹਿਕ ਨਹੀਂ ਲੈ ਸਕਦਾ। ਭੌਰਾ ਦੂਰੋਂ ਮੈਂ ਉੱਥੇ ਕਰਤਾਰਪੁਰ ਮੁਸਲਮਾਨਾਂ ਦੇ ਅੰਦਰ ਦਰਦ ਵੇਖ ਕੇ ਆਇਆ। ਇੰਨਾ ਤਰਸਦੇ ਪਏ ਆ ਨਾ ਉਹ ਗੁਰੂ ਘਰ ਨੂੰ ਦਰਸ਼ਨ ਕਰਨ ਨੂੰ। ਕਹਿੰਦੇ ਸਾਨੂੰ ਲੰਘਣ ਦੇਣ, ਸਾਡਾ ਜੀ ਕਰਦਾ ਪੰਛੀ ਬਣ ਕੇ ਉੱਡ ਜਾਈਏ। ਤਾਂ ਪੰਛੀ ਤੋਂ ਤਾਂ ਨਹੀਂ ਵੀਜ਼ੇ ਦੀ ਲੋੜ ਆ। ਤੇ ਸਾਧ ਸੰਗਤ ਜੀ, ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਖਿੱਚ ਹੈ। ਤੇ ਮੈਂ ਸੋਚਦਾ, ਮੈਂ ਕਿਹਾ ਤੁਸੀਂ ਤਾਂ ਇੰਨਾ ਖਿੱਚ ਕਰਨ ਦੇ ਹੋ, ਅਸੀਂ ਤੇ ਉਸ ਸਥਾਨਾਂ ਦੇ ਕੋਲੇ ਰਹਿੰਦੇ ਆ, ਸਾਰਾ ਬਾਜ਼ਾਰ ਫਿਰ ਲਈਦਾ, ਪਰ ਗੁਰੂ ਘਰ ਨਹੀਂ ਜਾਈਦਾ। ਹੁਣ ਜਿਹੜੇ ਲੋਕਾਂ ਨੂੰ ਇਹ ਪਤਾ ਹੈ ਕਿ ਬੌਲੀ ਸਾਹਿਬ 72 ਬ੍ਰਹਮ ਗਿਆਨੀ ਤੇ 8 ਪਾਤਸ਼ਾਹੀਆਂ, ਅਮਰੀਕਾ ਕੈਨੇਡਾ ਦੀਆਂ ਸੰਗਤਾਂ ਤਰਸ ਰਹੀਆਂ ਵੀ ਉਹ ਪਿੰਡ ਕਿਹੜਾ ਏ, ਡੱਲਾ। ਤੇ ਅਸੀਂ ਇੱਥੇ ਰਹਿਣ ਦੇ, ਅਸੀਂ ਕਦੀ ਮਹੀਨੇ ਵਸਿਆ ਵੀ ਨਹੀਂ ਆਏ। ਗੱਲ ਉਹੀ ਹੈ ਨਾ ਵੀ ਚਿੱਚੜ ਜਿਹੜਾ ਨਾ, ਚਿੱਚੜ ਆਪਾਂ ਪਸ਼ੂ ਰੱਖੇ ਸਾਰੇ ਕਿਸਾਨ ਹੈ, ਚਿੱਚੜ ਮੱਝ ਦੇ ਥਣਾਂ 'ਚ ਲੱਗਾ ਹੁੰਦਾ, ਪਰ ਉਹ ਦੁੱਧ ਨਹੀਂ ਪੀਂਦਾ, ਲਹੂ ਪੀਂਦਾ। ਇਸ ਕਰਕੇ ਅਸੀਂ ਮਹਾਰਾਜ ਦੇ ਕੋਲ ਰਹਿ ਕੇ ਵੀ ਨਾ, ਸਾਡਾ ਸੁਭਾਅ ਹੈ ਲਹੂ ਪੀਣਾ, ਦੁੱਧ ਨਹੀਂ ਪੀਣਾ। ਤੋ ਕਰਮਾਂ ਵਾਲਿਓ, ਸੱਚੀ ਹੈ ਉਹਨੂੰ ਪਤਾ ਹੁੰਦਾ ਜਿਹੜਾ ਟੁੱਟਿਆ ਹੋਏ। ਤੋ ਗੁਰਬਾਣੀ ਕਿਰਪਾ ਕਰੇ। ਸਭ ਤੋਂ ਪਹਿਲੀ ਘਟਨਾ, ਆਓ ਥੋੜਾ ਜਿਹਾ ਆਨੰਦ ਮਾਣ ਲਈਏ, ਫਿਰ ਸਾਂਝੀ ਕਰਦੇ ਹਾਂ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਜੋ ਸ੍ਰੀ ਚੰਦ ਮਹਾ ਸੁਖ ਕੰਦ, ਆਨੰਦ ਵੱਡਾ ਪਰਵਾਰ ਹੁਲਾਸਾ। ਕਹਿੰਦੇ ਤੋਂ ਬਾਬੇ ਸ਼੍ਰੀ ਚੰਦ ਦਾ ਪ੍ਰਕਾਸ਼ ਹੋਇਆ ਨਾ ਅੰਮ੍ਰਿਤ ਵੇਲੇ,
ਮਾਨੋ ਕਿ ਸਾਰਾ ਘਰ ਹੀ ਰੁਸ਼ਨਾਈ ਨਾਲ ਭਰ ਗਿਆ। ਸਾਰੇ ਘਰ ਦੇ ਵਿੱਚ ਇੰਨੀਆਂ ਕੁ ਰਹਿਮਤਾਂ ਹੀ ਵਰਤੀਆਂ ਜਿਵੇਂ ਕੋਈ ਵੱਡਾ ਤਪਸਵੀ, ਵੱਡਾ ਮਹਾਂਪੁਰਖ ਕੋਈ ਧਰਤੀ ਤੇ ਆਇਆ ਹੈ। ਸੰਤਾਂ ਸਿਮ ਨਾਨਕੀ ਅੰਗ ਨਮਾਵਤ ਪਾਵਤ ਆਨੀ ਅਮੀ ਜਿਵ ਪਾਸਾ। ਔਰ ਕਹਿੰਦੇ ਜਦੋਂ ਬੇਬੇ ਨਾਨਕੀ ਨੂੰ ਖਬਰ ਮਿਲੀ ਨਾ ਕਿ ਬੇਬੇ ਨਾਨਕੀ ਕੀ ਲੱਗਣੇ ਆ, ਭੂਆ ਜੀ, ਆਖੋ ਸਤਿਨਾਮ। ਹੁਣ ਤਾਂ ਮਾਫ ਕਰਿਓ, ਰਿਸ਼ਤੇ ਵੀ ਖਤਮ ਕਰਤੇ। ਅੱਗੇ ਹੁੰਦਾ ਸੀ ਮਾਮੀ ਜੀ, ਮਾਮਾ ਜੀ, ਦਾਦੀ ਦਾਦਾ, ਚਾਚੀ ਚਾਚਾ, ਵੀਰਾ ਭਾਬੀ। ਹੁਣ ਤਾਂ ਇੱਕੋ ਹੀ ਆ, ਆਂਟੀ ਅੰਕਲ। ਇਹ ਪਤਾ ਨਹੀਂ ਕਿੱਧਰੋਂ ਆ ਗਿਆ। ਹਾਂਜੀ, ਤੇ ਅੱਗੇ ਲੋਕੀ ਫਤਿਹ ਬੁਲਾਉਂਦੇ ਸੀ, ਹੁਣ ਹੈਲੋ ਹਾਏ। ਤਾਂ ਬਹੁਤੇ ਪੜ੍ਹੇ ਲਿਖੇ ਗੁੱਡ ਮਾਰਨਿੰਗ, ਫਿਰ ਮੂੰਹ ਬੜੇ ਸਟਾਈਲ ਜਿਹਦਾ ਬਣਾਉਂਦੇ। ਇੱਕ ਤੇ ਕਈਆਂ ਦਾ ਚਲੋ ਸੋਹਣਾ ਦਾ, ਕਈਆਂ ਦਾ ਮੇਰੇ ਨੂੰ ਅੱਗੇ ਉਹੋ ਜਿਹਾ ਹੁੰਦਾ, ਉਹ ਵੀ ਕਹਿਣਗੇ ਗੁੱਡ ਮਾਰਨਿੰਗ। ਮੈਂ ਕਿਹਾ ਕਿਤੇ ਸਪੈਲਿੰਗ ਫਸ ਜੂਗਾ, ਸਿੱਧਾ ਕਹਿ ਦੇ ਭਾਊ ਕੀ ਹਾਲ ਆ। ਪੰਜਾਬੀ ਦਾ ਗਲਾ ਘੁੱਟੀ ਜਾਂਦੇ ਹੈ। ਓਏ ਕਮਲਿਓ, ਮਾਂ ਮਰ ਜੇ ਨਾ ਪੇਕੇ ਮੁੱਕ ਜਾਂਦੇ ਆ, ਪਿਓ ਮਰ ਜੇ ਘਰ ਵਿਹਲਾ ਹੋ ਜਾਂਦਾ ਏ। ਇਤਿਹਾਸ ਜਿਹੜਾ ਪੁੱਤਰ ਹੈ, ਗੁਰਬਾਣੀ ਸਾਡੀ ਮਾਂ ਏ, ਪਰ ਅਸੀਂ ਅੱਜ ਆਪਣੀ ਮਾਂ ਤੋਂ ਹੀ ਨਫ਼ਰਤ ਕਰੀ ਜਾਂਦੇ। ਗੋਰੇ ਲੋਕ PhDਆਂ ਕਰਕੇ ਪੰਜਾਬੀ ਬੋਲ ਕੇ ਖੁਸ਼ ਹੁੰਦੇ, ਸਾਡੇ ਵਾਲੇ +2 ਕਰਕੇ ਗੋਰੇ ਬਣ ਗਏ। ਮਾਫ ਕਰਿਓ, ਮਾਰੇ ਕਿਰਪਾ ਕਰੇ। ਤੋ ਕਹਿੰਦੇ ਭੂਆ ਜੀ ਨੂੰ ਇਹ ਪਤਾ ਲੱਗਾ ਕਿ ਮੇਰੇ ਵੀਰ ਦੇ ਘਰ ਕੋਹੇ ਨੂਰ ਹੀਰਾ ਆਇਆ, ਕਿਉਂਕਿ ਬੰਦਗੀ ਵਾਲਿਆਂ ਨੂੰ ਬੰਦਗੀ ਵਾਲਿਆਂ ਦੀ ਪਰਖ ਹੁੰਦੀ ਹੈ। ਹੁਣ ਜਦੋਂ ਬੀਣ ਵੱਜਦੀ ਹੈ ਤੇ ਸੱਪ ਨੂੰ ਪਤਾ ਹੈ, ਝੋਟੇ ਨੂੰ ਥੋੜ੍ਹਾ ਪਤਾ। ਇਸ ਕਰਕੇ ਜਿਹੜੇ ਰਾਗ ਦੇ ਸਰੋਤੇ, ਉਹਨਾਂ ਨੂੰ ਪਤਾ ਰਾਗ ਕੀ ਹੁੰਦਾ। ਤੇ ਜਿਹਨੂੰ ਰਾਗ ਦੀ ਸਮਝ ਨਹੀਂ ਹੈ, ਉਹਨੇ ਤਾਂ ਗਾਣੇ ਸੁਣ ਕੇ ਵੀ ਕਹਿਣਾ, ਕਈ ਕਹਿਣਗੇ ਵਾਹ ਰਾਗ ਗਾਇਆ, ਤੈਨੂੰ ਪਤਾ ਹੀ ਨਹੀਂ ਰਾਗ ਕਿਹਨੂੰ ਕਹਿੰਦੇ ਆ। ਤੇ ਇਸ ਕਰਕੇ ਅੱਜ ਬਸੁਰਿਆਂ ਦੀ ਦੁਨੀਆ ਏ। ਜਿੰਨਾ ਮੇਰੇ ਵਰਗਾ ਬਸੁਰਾ ਬੰਦਾ, ਉਹਦੀ ਉਨੀ ਚੜ੍ਹਾਈ, ਆਖੋ ਸਤਿਨਾਮ। ਕਿਉਂਕਿ ਬਸੁਰਿਆਂ ਨੂੰ ਸੁਣਦੇ ਬਸੁਰੇ ਆ ਨਾ, ਸੁਰਾਂ ਵਾਲੇ ਥੋੜੇ ਆ। ਇਸ ਕਰਕੇ ਸੁਰਾਂ ਵਾਲਿਆਂ ਦਾ ਮੁੱਲ ਨਹੀਂ ਪੈਂਦਾ ਇਸ ਦੁਨੀਆ 'ਚ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਆਮਦ ਹੋਈ, ਆਗਮਨ ਹੋਇਆ ਰੱਬੀ ਪਰਮੇਸ਼ਰ, ਰੱਬੀ ਨੂਰ ਬਾਬਾ ਸ਼੍ਰੀ ਚੰਦ ਜੀ ਦਾ। ਬਾਦ ਮਨੋਹਰ ਤੂਰਨ ਤੋਰਨ ਯਾਰ ਸ਼ਾਹ ਸੰਪੂਰਨ ਕੀਨੇ। ਔਰ ਕਹਿੰਦੇ ਹਨ ਕਿ ਗੁਰੂ ਮਹਾਰਾਜ ਜੀ ਦੇ ਬੇਬੇ ਜੀ ਨੂੰ ਪਤਾ ਲੱਗਾ, ਤੇ ਬੇਬੇ ਜੀ ਨੂੰ ਇੰਨੀ ਖੁਸ਼ੀ ਹੋਈ ਜਿਵੇਂ ਰੋਗੀ ਬੰਦੇ ਨੂੰ ਅੰਮ੍ਰਿਤ ਨਹੀਂ ਮਿਲ ਜਾਂਦਾ। ਮੰਨ ਲਓ ਕਿਸੇ ਦੇ ਦਰਦ ਹੀ ਹੋ ਰਹੀ ਹੋਵੇ ਤੇ ਡਾਕਟਰ ਟੀਕਾ ਲਾ ਦੇ, ਆਰਾਮ ਆ ਜਾਂਦਾ। ਇਸੇ ਤਰ੍ਹਾਂ ਜਦੋਂ ਬੇਬੇ ਨੂੰ ਪਤਾ ਲੱਗਾ, ਬੇਬੇ ਨੇ ਬਹੁਤ ਬੇਨਤੀਆਂ ਕੀਤੀਆਂ, ਕਿਉਂਕਿ ਮਾਤਾ ਸੁਲੱਖਣੀ ਜੀ ਜਾ ਕੇ ਰੋਂਦੇ ਸੀ ਨਾ ਵੀ ਤੇਰਾ ਵੀਰ ਘਰ ਨਹੀਂ ਆਉਂਦਾ, ਕੋਈ ਪੈਸਾ ਨਹੀਂ ਕਮਾਉਂਦਾ, ਮੇਰੇ ਜੀਵਨ ਦੀਆਂ, ਮੇਰੀ ਗ੍ਰਿਸਤ ਦੀਆਂ ਖੁਸ਼ੀਆਂ ਨਹੀਂ ਮੇਰੇ ਕੋਲ ਹੈਗੀਆਂ। ਇਸ ਕਰਕੇ ਸਾਧ ਸੰਗਤ ਜੀ, ਬੇਬੇ ਦੇ ਅੰਦਰ ਠੰਡ ਜੀ ਪੈ ਗਈ। ਵੈਸੇ ਵੀ ਭੈਣਾਂ ਵਿਚਾਰੀਆਂ ਤਾਂ ਸੁੱਖ ਦੀਆਂ ਰਹਿੰਦੀਆਂ, ਮੇਰੇ ਭਰਾ ਦਾ ਘਰ ਉਹ ਵੱਖਰੀ ਗੱਲ ਹੈ ਵੀ ਜੇ ਭਰਜਾਈ ਚੰਗੀ ਆ ਗਈ ਤੇ ਵਿਚਾਰੀਆਂ ਨੂੰ ਚਾਹ ਪਾਣੀ ਪਿਆ ਦੂਗੀ, ਜੇ ਉਹੋ ਜੀ ਆ ਗਈ ਤੇ ਦੂਰੋਂ ਹੀ ਕੁੰਡਾ, ਬੋਲਿਓ, ਦੂਰੋਂ ਹੀ ਕੁੰਡਾ ਲਾ ਦੂਗੀ। ਇਸ ਕਰਕੇ ਭਾਗਾਂ ਦੀਆਂ ਖੇਡਾਂ। ਕੋਈ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ, ਪਿਆਰ ਦਾ ਭੁੱਖਾ। ਤੋ ਬੇਬੇ ਨੇ ਪਤਾ ਨਹੀਂ ਕਿਤਨੀਆਂ ਕੁ ਬੇਨਤੀ ਵੀ ਆਪ ਵੀ ਕੀਤੀ ਸੀ ਰੱਬ ਨੂੰ। ਜਿੱਦਣ ਮੰਜੇ ਤੇ ਬੈਠੇ ਸੀ ਤੇ ਮਹਾਰਾਜ ਜੀ ਨੇ ਕਿਹਾ, ਬੇਬੇ ਬਹਿ ਜਾ, ਭੱਜੀ ਫਿਰਦੀ ਰਹੀ, ਨਹੀਂ ਕਿਤੇ ਬਹਿ ਵੀ ਜਾਇਆ ਕਰ। ਤੇ ਬੇਬੇ ਨੇ ਆਖਿਆ ਸੀ ਮੈਂ ਬੜੇ ਕੰਮ ਕਰਨੇ, ਕਹਿੰਦੇ ਕੋਈ ਨਹੀਂ ਹੁੰਦੇ ਫਿਰਨਗੇ, ਕਿਤੇ ਮੇਰੇ ਕੋ ਵੀ ਬਹਿ ਜਾ ਕਰ। ਉਹੀ ਅੱਜ ਗੁਰੂ ਤੁਹਾਨੂੰ ਕਹਿੰਦਾ ਵੀ ਤੁਸੀਂ ਸਾਰਿਆਂ ਕੋ ਬਹਿੰਦੇ ਜੇ, ਕਦੇ ਕਥਾ 'ਚ ਵੀ ਬਹਿ ਜਾ ਕਰੋ, ਕਦੇ ਕੀਰਤਨ ਹੁੰਦਾ ਉੱਥੇ ਬਹਿ ਜਾ ਕਰੋ, ਘਰ 'ਚ ਖੰਡ ਪਾਠ ਚੱਲਦਾ ਕਿਤੇ ਉੱਥੇ ਵੀ ਬਹਿ ਜਾ ਕਰੋ। ਤੁਸੀਂ ਮਹਾਰਾਜ ਦੇ ਕੋਲ ਭੱਜ ਕੇ ਬਾਹਰ ਨੂੰ ਜਾਂਦੇ ਹੋ, ਤੇ ਕਿਤੇ ਫਿਲਮ ਲੱਗੀ ਹੋਵੇ 4 ਘੰਟੇ ਆਖੀ ਜੇ ਹਿੱਲ ਗਏ ਜਾ, ਕਿਉਂਕਿ ਸਾਨੂੰ ਪਿਆਰ ਹੈ ਨਾ। ਹੁਣ ਤੁਹਾਨੂੰ ਗੁਰੂ ਨਾਲ ਪਿਆਰ ਹੈ, ਤੁਸੀਂ ਤਾਂ ਬਹਿਨੇ ਆ ਕੇ। ਜਿਹੜੇ ਬੰਦੇ ਨੂੰ ਪਿਆਰ ਨਹੀਂ, ਉਹ ਤਾਂ ਆਉਂਦਾ ਹੀ ਨਹੀਂ। ਜੇ ਆ ਵੀ ਗਿਆ ਤਾਂ ਉਹਨੇ ਝੱਟ ਪਾਸੇ ਪੂਸੇ ਮਾਰ ਕੇ ਨਾਲ ਦੇ ਨੂੰ ਹੁੱਜਾਂ ਮਾਰੀ ਜਾਣੀਆਂ ਵੀ ਚੱਲ ਗਏ, ਕਿਉਂਕਿ ਉਹਨੂੰ ਰਸ ਨਹੀਂ ਨਾ ਆ ਰਿਹਾ, ਉਹਨੂੰ ਰਸ ਆਉਂਦਾ ਕਿਤੇ ਹੋਰ। ਤੋ ਇਸ ਕਰਕੇ ਭਾਗਾਂ ਵਾਲਿਓ, ਬੇਬੇ ਜੀ ਦੇ ਚਾਅ ਚੜ ਗਿਆ। ਬੇਬੇ ਜੀ ਨੇ ਕਿਹਾ ਸੀ ਨਾਨਕ ਨੂੰ, ਕਹਿੰਦੇ ਵੇਖ ਵੀਰਾ, ਮੈਂ ਤੇਰੇ ਤੋਂ ਕਦੇ ਕੁਝ ਨਹੀਂ ਮੰਗਿਆ,
ਪਰ ਹੁਣ ਮੈਨੂੰ ਲਾਮਾ ਬੜਾ ਵੱਡਾ ਮਿਲਿਆ ਈ ਮੇਰੀ ਭਾਬੀ ਦਾ ਤੇਰੇ ਪ੍ਰਤੀ। ਇਸ ਲਾਮੇ ਨੂੰ ਲਾ ਦੇ ਹੁਣ, ਆਖੋ ਸਤਿਨਾਮ। ਤੂੰ ਤਾਂ ਨਿਰੰਕਾਰ ਸੀ, ਦੇਂਦਾ ਦੇ ਲੈਂਦੇ ਥੱਕ, ਦੇਂਦਾ ਦੇ ਜੁਗਾ ਜੁਗੰਤਰ, ਜੁਗਾ ਦਿੰਦਾ ਦੇ ਲੈਂਦੇ, ਦਿੰਦਾ ਦੇ। ਤੋ ਇਸ ਕਰਕੇ ਮਹਾਰਾਜ ਜੀ ਨੇ ਬੇਬੇ ਦੀ ਬੇਨਤੀ ਪ੍ਰਵਾਨ ਕੀਤੀ ਤੇ ਅੱਜ ਮਾਤਾ ਸੁਲੱਖਣੀ ਦੇ ਵਿਹੜੇ ਦੇ ਵਿੱਚ ਨੂਰ ਆਇਆ ਹੈ। ਮੰਗਲ ਬਾਰਨ ਮੰਗਲ ਮੰਗਤ ਮੰਗਲ ਹੋਤ ਮੰਗਲ ਹੀ ਨੇ। ਧੰਨ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ। ਕਹਿੰਦੇ ਫਿਰ ਬੇਬੇ ਨੇ ਕੀ ਕੀਤਾ, ਸਾਰੇ ਗੁਆਂਢੀਆਂ ਦੇ ਬੂਹਿਆਂ ਤੇ ਪੱਤਰ ਬੱਧੇ। ਭੈਣਾਂ ਨੂੰ ਪਤਾ ਪਹਿਲਾਂ ਬੰਨ੍ਹਦੇ ਸੀ ਲੋਕੀ, ਹੁਣ ਤਾਂ ਕਹਿੰਦੇ ਸਾਡੀ ਡੈਕੋਰੇਸ਼ਨ ਖਰਾਬ ਹੋ ਜਾਣੀ। ਨਫ਼ਰਤ ਹੋ ਗਈ ਨਾ, ਉਦੋਂ ਕੱਚੇ ਘਰਾਂ ਦੇ ਤਕਰੀਬਨ ਹੀ ਅੱਗੇ ਬੰਨ੍ਹਦੇ ਸੀ। ਕਹਿੰਦੇ ਉਹ ਖੁਸ਼ੀ ਦੇ ਬਖਸ਼ਿਸ਼ ਦੇ ਜਿਹੜੇ ਬੰਦ ਨਵਾਰ ਬੰਨ੍ਹ ਕੇ, ਉਹ ਪੱਤਰ ਬੰਨ੍ਹ ਕੇ ਸਾਰਿਆਂ ਦੇ ਦਰਵਾਜ਼ੇ ਦੇ ਉੱਤੇ ਇਹ ਚਿੰਨ੍ਹ ਹੁੰਦਾ ਸੀ ਖੁਸ਼ੀ ਦਾ, ਹਰਿਆਵਲਤਾ ਦਾ ਚਿੰਨ੍ਹ ਹੁੰਦਾ ਸੀ। ਕਿਉਂਕਿ ਉਦੋਂ ਬਹੁਤੇ ਸਾਧਨ ਨਹੀਂ ਸੀ ਅੱਜ ਵਰਗੇ ਪਕਾਨੇ ਡੈਕੋਰੇਸ਼ਨ ਵਰਗੇ। ਉਦੋਂ ਸਾਦੇ ਮਰਾਦੇ ਲੋਕ ਸੀ, ਚੁੱਪ ਕਰਕੇ ਪੱਤਿਆਂ ਦੀ ਪੰਡ ਲਿਆਉਣੀ ਤੇ ਰੱਸੀ ਬੰਨ੍ਹ ਕੇ ਸਾਰੇ ਪਾਸੇ ਟੰਗ ਦੇਣੇ। ਹੁਣ ਤਾਂ ਪੈਸਾ ਬਥੇਰਾ, ਹੁਣ ਤਾਂ ਵਾਧੂ ਕੁਝ ਕਰ ਲਈਦਾ। ਕਈਆਂ ਕੋਲ ਤਾਂ ਜ਼ਿਆਦਾ, ਉਹ ਤਾਂ ਵੱਡੀ ਪਾਰਟੀ ਕਰਦੇ ਨਾ ਮੁੰਡੇ ਦੀ। ਪਰ ਇੱਕ ਚੀਜ਼ ਦਾ ਗੁੱਸਾ ਆਉਂਦਾ, ਖੁਸ਼ੀ ਇੱਥੋਂ ਮੰਗੀ, ਖੁਸ਼ੀ ਇਸ ਘਰੋਂ ਮੰਗਦੇ, ਸਾਰੇ ਹੀ ਇੱਥੋਂ ਮੰਗਦੇ ਆ। ਕੋਈ ਦੁੱਧ, ਕੋਈ ਪੁੱਤ, ਕਿਸੇ ਬਾਹਰ ਜਾਣਾ, ਕਿਸੇ ਪੱਕਾ ਹੋਣਾ। ਪਰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਦੋਂ ਇਹ ਮੇਰਾ ਬਾਪੂ ਖੁਸ਼ੀ ਦੇ ਦਿੰਦਾ ਤੇ ਮਨਾਉਂਦੇ ਕਿਤੇ ਹੋਰ ਆ, ਹੈਨਾ। ਬੜਿਆਂ ਨੇ ਅਰਦਾਸਾਂ ਕਰਾਈਆਂ, ਜਦੋਂ ਰੱਬ ਸੁਣ ਲੈਂਦਾ ਮੁੜ ਕੇ ਉਹਨਾਂ ਤੋਂ ਇਹ ਨਹੀਂ ਆਉਂਦਾ ਵੀ ਅਖੰਡ ਪਾਠ ਸਾਹਿਬ, ਰਾਮਬਾ, ਸੁਖਮਨੀ ਸਾਹਿਬ ਤੇ ਆਪਾਂ ਕੀਰਤਨ ਕਥਾ, ਨਹੀਂ। ਫਿਰ ਤੇ ਬਾਅਦ ਚ ਪਤਾ ਲੱਗਦਾ ਵੀ ਪਾਰਟੀ ਵੀ ਕਰ ਲਈ। ਮੈਂ ਫੋਨ ਕੀਤਾ, ਮੈਂ ਕਿਹਾ ਉਹ ਸਾਧ ਹੀ ਲੈਂਦੇ। ਕਹਿੰਦੇ ਤੁਹਾਨੂੰ ਬਾਬਾ ਜੀ ਤਾਂ ਨਹੀਂ ਸੱਦਿਆ, ਫਿਰ ਰੰਗਾ ਰੰਗ ਪ੍ਰੋਗਰਾਮ ਸੀ, ਉੱਥੇ ਖਾਣਾ ਪੀਣਾ ਚੱਲਣਾ ਸੀ ਤੇ ਤੁਹਾਡਾ ਕੀ ਕੰਮ ਸੀ, ਤੁਹਾਨੂੰ ਬਾਅਦ ਚ ਸੱਦਾਂਗੇ। ਮੈਂ ਕਿਹਾ ਬਾਅਦ ਚ ਨਹੀਂ ਕਦੇ ਆਉਣੀ। ਤੋ ਇਸ ਕਰਕੇ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ, ਦਾਤ ਪਿਆਰੀ ਦਾਤਾਂ ਲੈ ਕੇ ਵਿਸਰ ਜਾਂਦਾ ਏ। ਪਰ ਕੁਝ ਰੂਹਾਂ ਏਦਾਂ ਦੀਆਂ ਸੱਚੀ ਆ, ਵਿੱਚ ਸੰਗਤਾਂ ਬੈਠੀਆਂ, ਬੱਚੇ ਪੱਕੇ ਹੋਏ ਬਾਹਰ ਗਏ, ਉਦਾਂ ਹੀ ਝਾੜੂ ਆ। ਤੇ ਬਹੁਤਿਆਂ ਨੂੰ ਮੇਰੇ ਅੱਖਾਂ ਥਾਂ ਨਹੀਂ ਨਿਕਲੇ ਐ। ਉਹ ਜਿੰਨਾ ਚਿਰ ਕੈਂਪ 'ਚ ਸੀ ਉਹਨਾਂ ਚਿਰ ਤਾਂ 2 ਵਜੇ ਮੇਰਾ ਬੂਹਾ ਖੜਕਾ ਦੇਣਾ। ਅਜੇ ਮੈਂ ਇਸ਼ਨਾਨ ਕਰਦੇ ਹੋਣਾ, ਬਾਬਾ ਜੀ ਮੈਂ ਕਿਹਾ ਭਰਾਵਾ ਆ ਜਾਂਦਾ ਵਾ, ਦੱਸੋ ਕੀ ਕਰਨਾ ਏ। ਆਇਓ ਬਾਬਾ ਜੀ, ਤੁਸੀਂ ਤਾਂ ਰੱਬ ਨੂੰ ਅਰਦਾਸ ਕਰਿਓ ਬੱਚਾ ਨਿਕਲ ਜੇ। ਲੈ ਜਦੋਂ ਕਲੀਅਰ ਹੋ ਗਿਆ, ਆਖੀ ਕਿਤੇ ਮੱਥਾ ਟੇਕਣ ਆਇਓ। ਮੈਂ ਮੂੰਹ ਤੇ ਕਹੂੰ, ਮੇਰੇ ਤੋਂ ਨਾਂ ਵੀ ਲਿਖੇ ਪਏ, ਜੇ ਮੈਨੂੰ ਦੱਸੋ ਮੈਂ ਝੂਠ ਥੋੜ੍ਹੀ ਨਾ ਕਹਿਣਾ। ਹੁਣ ਜਦੋਂ ਮਿਲਣਗੇ ਨਾ ਕਿਤੇ ਬਾਜ਼ਾਰ ਬਜ਼ੂਰ 'ਚ, ਬੈਗ ਲੱਦੇ ਹੁੰਦੇ ਸਮਾਨ ਨਾਲ ਸ਼ੋਪਿੰਗ ਕਰਕੇ, ਤੇ ਮੈਂ ਕਿਹਾ ਨਾ ਹਾਂ ਹੁਣ ਆਉਂਦੇ ਆ ਨਾ, ਹੁਣ ਬੀਜੀ ਹੋ ਗਏ ਵੀ ਕਿਤੇ ਸੰਗਤ ਨੂੰ ਬਰਫੀ ਖਵਾ ਜਾ ਕਰੋ, ਕਿਤੇ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੈ, ਕਿਤੇ ਮੂੰਹ ਮਿੱਠਾ ਹੀ ਕਰਾ ਦੋ। ਕਹਿੰਦੇ ਬਾਬਾ ਜੀ ਜੀ ਤਾਂ ਬੜਾ ਕਰਦਾ, ਪਰ ਟਾਈਮ ਨਹੀਂ ਲੱਗਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੇਬੇ ਜੀ ਨੇ ਸਾਰਿਆਂ ਘਰਾਂ ਦੇ ਉੱਤੇ ਖੁਸ਼ੀ ਪ੍ਰਸੰਨ ਕੀਤੀ। ਸਾਰਿਆਂ ਦੇ ਬੂਹਿਆਂ ਦੇ ਉੱਤੇ ਇਹ ਜਿਹੜਾ ਸ਼ਗਨ ਹੈ, ਅੰਗਣਾ ਆਣ ਵਧਾਈ ਸੁਣਾਵਤ ਜਾਵਤ ਹੋਤ ਆਨੰਦ ਨਵੀਨੇ। ਕਹਿੰਦੇ ਫਿਰ ਜਦੋਂ ਉਹ ਲੱਗ ਜਾਂਦੇ ਉਹ ਸਰੀਂ ਦੇ ਪੱਤੇ, ਫਿਰ ਮੇਰੇ ਵਰਗੇ ਮੰਗਤਿਆਂ ਨੂੰ ਪਤਾ ਲੱਗ ਜਾਂਦਾ ਵੀ ਪੱਕੀ ਵਧਾਈ ਇੱਧਰ ਹੈ, ਉਹ ਨਿਸ਼ਾਨੀ ਹੁੰਦੀ। ਫਿਰ ਕਹਿੰਦੇ ਸਾਰੇ ਮੰਗਤੇ ਆਉਂਦੇ ਐ, ਆਨੰਦ ਪ੍ਰਸੰਨ ਹੁੰਦੇ ਹਨ। ਕਹਿੰਦੇ ਬੇਬੇ ਨਾਨਕੀ ਜੀ ਆਪ, ਕਿਉਂਕਿ ਇੱਥੇ ਮਾਂ ਕੌਣ ਹੈ ਭਲਾ? ਮਾਤਾ ਤ੍ਰਿਪਤਾ ਜੀ ਤੇ ਰਾਏ ਭੋਏ ਦੀ ਤਲਵੰਡੀ ਆ। ਜਿਹੜੇ ਸ਼ਗਨ ਮਾਤਾ ਤ੍ਰਿਪਤਾ ਨੇ ਕਰਨੇ ਐ ਪੋਤਰੇ ਦੇ, ਉਹ ਭੂਆ ਕਰ ਰਹੀ ਹੈ, ਕਿਉਂਕਿ ਉਹ ਨੇੜੇ ਵੱਸਦੀ ਹੈ, ਉਹਨੇ ਕੋਲ ਰੱਖਿਆ ਵੀਰ। ਕਈ ਫਟਾਫਟ ਕਹਿਣਗੇ ਭੈਣ ਘਰੇ ਭਾਈ, ਸਹੁਰੇ ਘਰੇ ਜਵਾਈ, ਅੱਗੇ ਨਹੀਂ ਬੋਲਣਾ। ਭੈਣ ਘਰੇ ਭਾਈ 14 ਸਾਲ 9 ਮਹੀਨੇ 13 ਦਿਨ ਬਾਬਾ ਨਾਨਕ, ਤੇ ਸਹੁਰਿਆਂ ਦੇ ਘਰ ਜਵਾਈ ਗੁਰੂ ਰਾਮਦਾਸ 21 ਸਾਲ ਗੋਇੰਦਵਾਲ ਸਾਹਿਬ। ਤੋ ਇਸ ਕਰਕੇ ਆਪਦੀਆਂ ਕਹਾਵਤਾਂ ਨਾ ਬਣਾਇਆ ਕਰੋ।
ਇਤਿਹਾਸ ਨਾਲ ਜੁੜਦੀ ਹੈ ਕਹਾਵਤ। ਤੋ ਕਹਿੰਦੇ ਫਿਰ ਜਿਹੜੇ ਦਾਦੀ ਵਾਲੇ ਫਰਜ਼ ਸੀ ਬੇਬੇ ਨਾਨਕੀ ਜੀ ਨਿਭਾ ਰਹੇ ਹਨ। ਅੰਗਨਾਏ ਬਧਾਈ ਸੁਨਾਵਤ ਜਾਵਤ ਹੋਤ ਆਨੰਦ ਨਵੀਨੇ। ਕਹਿੰਦੇ ਫਿਰ ਮੇਰੇ ਵਰਗੇ ਮੰਗਤੇ ਜਦੋਂ ਆਉਂਦੇ ਆ ਤੇ ਬੇਬੇ ਨਾਨਕੀ ਖੁੱਲਾ ਗੱਫਾ ਦੇ, ਕਿਉਂਕਿ ਦੁੱਧ, ਪੁੱਤ, ਪਾਰਸ ਤੇ ਪਿਆਰ ਇਹ ਚੀਜ਼ਾਂ ਮੁੱਲ ਨਹੀਂ ਵਿਕਦੀਆਂ। ਇਸ ਕਰਕੇ ਰੱਬ ਦਾ ਤੋਹਫਾ ਹੁੰਦਾ ਸਾਧ ਸੰਗਤ ਜੀ, ਕਦਰ ਕਰਿਆ ਕਰੋ ਕਦਰ। ਜੇ ਤੁਹਾਡਾ ਬੱਚਾ ਬਾਹਰ ਹੈ ਨਾ ਤੇ 2 ਲੱਖ ਰੁਪਈਆ ਉਹਦੀ ਪੇ ਹੈ ਨਾ ਬਾਹਰ, ਇਮਾਨਦਾਰੀ ਦੇ ਨਾਲ 20,000 ਰੁਪਈਆ ਮਹੀਨੇ ਦਾ ਗੁਰੂ ਦਾ ਜੇ। ਕੱਢਿਓ ਨਾ ਕੱਢਿਓ ਤੁਹਾਡੀ ਮਰਜ਼ੀ, ਮੈਂ ਦੱਸਣਾ ਹੈ, ਮੈਂ ਤਾਂ ਕੂਕਰ ਹਾਂ ਵੀ ਤੁਹਾਡੇ ਬੱਚੇ ਬਾਹਰ ਹੈ ਨਾ, ਜਿਹਦੀ 2 ਲੱਖ ਮਹੀਨੇ ਦੀ ਪੇ ਹੈ ਉਹਦਾ 20,000 ਰੁਪਈਆ ਜਿਹੜਾ ਉਹ ਗੁਰੂ ਦਾ ਏ। ਠੀਕ ਹੈ, ਮੇਰੀ 12,000 ਰੁਪਏ ਹੈ, ਮੈਂ 1200 ਰੁਪਈਆ ਗੁਰੂ ਦਾ। ਸਾਡਾ ਗੁਰੂ ਕਹਿੰਦਾ ਜੇ ਤਾਂ ਤੁਸੀਂ ਮੇਰੇ ਸਟੂਡੈਂਟ ਹੋ, ਮੇਰੇ ਸਿੱਖ ਹੋ, ਸੱਚੀ ਮੈਨੂੰ ਪਿਆਰ ਕਰਦੇ ਹੋ ਤੇ ਮੈਂ 3 ਚੀਜ਼ਾਂ ਕਹਿ ਕੇ ਗਿਆ ਸੀ, ਕਿਰਤ ਕਰੋ, ਨਾਮ ਜਪੋ ਤੇ ਬਾਕੀ ਤੁਹਾਡੀ ਮਰਜ਼ੀ ਹੈ। ਮੈਂ ਵੀ ਤੁਹਾਡੇ ਨਾਲ ਹੈ, ਇੱਥੇ ਦੇ ਦਾਂਗੇ ਤੇ ਲਾਏ ਪੈ ਜੂ, ਨੇ ਤੇ ਡਾਕਟਰਾਂ ਨੂੰ ਤੇ ਫਿਰ ਦੇਣੇ ਪੈ। ਉਹ ਫਿਰ 25-27 ਸਾਲ ਇਕੱਠੇ ਜੇ ਕਰਕੇ ਨਾ ਉਹ ਵਾਹਵਾ ਬਣ ਜਾਂਦੇ ਤੇ ਫਿਰ ਉਹ ਕਿਤੇ ਵੱਖੀ ਵੁੱਖੀ ਦੀ ਨਾੜ ਨੂੜ ਬੰਦ ਹੋ ਗਈ ਤੇ ਚੱਲ 7-8 ਲੱਗ ਗਿਆ। ਕਿਉਂਕਿ ਇਹ ਆਪਾਂ ਸਾਰੇ ਬੱਚੇ ਆ ਤੇ ਜੇ ਪਹਿਲਾਂ ਹੀ ਬੰਦਾ ਆਉਂਦੀ ਤਨਖਾਹ ਤੇ ਉਹ ਪਾਸੇ ਕਰੀ ਜਾਵੇ, ਮੈਂ ਕਹਿੰਦਾ ਤੁਸੀਂ ਤਾਂ ਗੁਰੂ ਘਰ ਨੂੰ ਆਉਣ ਵਾਲੀ ਸੜਕ ਵੀ ਸੋਨੇ ਦੀ ਬਣਾ ਸਕਦੇ। ਤੁਹਾਨੂੰ ਨਹੀਂ ਕਹਿਣਾ ਪਵੇਗਾ ਕਿਸੇ ਨੂੰ ਵੀ ਏਦਾਂ ਕਰੋ ਏਦਾਂ, ਕਿਉਂਕਿ ਸੰਗਤ ਵਿੱਚ ਰੱਬ ਵਸਦਾ ਏ। ਇਹ ਦਸਵੰਧ ਮਹਾਰਾਜ ਨੇ ਤਾਂ ਮੰਗਿਆ ਕਿ ਤੁਹਾਡਾ ਬੱਚਾ ਜਿੱਥੇ ਜੋਬ ਕਰਦਾ ਹੈ ਨਾ, ਪੂਰੇ 10 ਮਿੰਟ ਪਹਿਲਾਂ ਪਹੁੰਚਦਾ ਤੇ ਇੱਧਰ ਤੇ ਚੱਲ ਜਾਂਦਾ, ਕਿਉਂਕਿ ਇੱਧਰ ਤੇ ਰੱਬ ਹੀ ਰੱਖਾ। ਪਹਿਲੀ ਗੱਲ ਤੇ ਸਰਕਾਰੀ ਨੌਕਰੀ ਮਿਲਦੀ ਨਹੀਂ ਕਿਸੇ ਨੂੰ, ਜੇ ਮਿਲ ਵੀ ਗਈ ਪੈਸੇ ਪੂਸੇ ਦੇ ਕੇ ਤੇ ਫਿਰ ਜਿਹੜਾ ਨੌਕਰੀ ਵਾਲਾ ਉਹ ਪਿਓ ਦੇ ਪੁੱਤ ਦੀ 9 ਵਜੇ ਹਾਜ਼ਰੀ ਹੈ ਤੇ ਕੁਰਸੀ ਤੇ 12 ਵਜੇ ਬਹਿੰਦੇ ਆ। ਉਹਦਾ ਰੋਜ਼ ਦਾ ਹੀ ਇਹੋ ਕੰਮ। ਗੁੱਸਾ ਨਾ ਕੋਈ ਕਰ ਲਿਓ, ਡਾਕਟਰ ਹੋ ਗਏ, ਟੀਚਰ ਹੋ ਗਏ, ਹੋਰ ਮੁਲਾਜ਼ਮ ਜਿਹੜੇ ਕਈ ਇਮਾਨਦਾਰ ਹੈ, ਉਹ ਡਰਦੇ ਰੱਬ ਤੋਂ, ਆਪਣੀ ਪੂਰੀ ਡਿਊਟੀ, ਆਪਣੀ ਰੋਟੀ ਵੀ ਲੈ ਕੇ ਜਾਂਦੇ ਟਿਫਨ 'ਚ, ਸਿਰਫ ਰੋਟੀ ਪਾਸੇ ਹੋ ਕੇ ਖਾਣੀ ਹੈ। ਕਈ ਤਾਂ ਉਹ ਵੀ ਨਹੀਂ ਖਾਂਦੇ ਜਿਨ੍ਹਾਂ ਨੂੰ ਰੱਬ ਨਾਲ ਪਿਆਰ ਹੈ ਕਿ ਮੈਨੂੰ ਰੱਬ ਨੇ ਸੇਵਾ ਦਿੱਤੀ, ਤੇ ਕਈ ਨੀਤ ਭੈੜੀ ਵਾਲੇ ਉਹ ਬਚਾਉਂਦੇ ਰਹਿੰਦੇ ਜਾਣ ਵੀ 4 ਘੰਟੇ 3 ਇੱਧਰੋਂ ਕੱਢ ਲਓ, ਫਿਰ ਲੰਚ ਟਾਈਮ ਹੋ ਜਾਣਾ ਤੇ ਮਹਾਰਾਜ ਵੇਂਦਾ, ਮਹਾਰਾਜ ਕਹਿੰਦੇ ਮੈਂ ਤੈਨੂੰ ਸੇਵਾ ਦਿੱਤੀ ਹੈ ਪਰ ਤੂੰ ਸਹੀ ਨਹੀਂ। ਹੁਣ ਗੋਰੇ ਕਿਉਂ ਤਰੱਕੀ ਕਰ ਗਏ? ਕਿਉਂਕਿ ਉਹ ਹਰ ਬੰਦਾ ਆਪਣਾ ਫਰਜ਼ ਸਮਝਦਾ, ਸਾਡੇ ਲੋਕੀ ਨਹੀਂ ਸਮਝਦੇ। ਇੱਥੇ ਮਰੀਜ਼ ਵਿਚਾਰੇ ਦਾ ਲਹੂ ਨੁੱਚੜ ਗਿਆ ਤੇ ਡਾਕਟਰ ਏਸੀ ਦੇ ਵਿੱਚ ਬਹਿ ਕੇ ਗੇਮ ਖੇਡਣ ਦਿਆ। ਉਹ ਕਹਿੰਦੇ ਕਿੱਥੇ? ਕਹਿੰਦੇ ਜੀ ਉਹ ਰੌਂਡ ਤੇ ਗਏ ਉੱਪਰ ਮਰੀਜ਼ਾਂ ਨੂੰ ਦੇਖਣਾ। ਇੱਕ ਵਿੱਚ ਉਹਨਾਂ ਦੀ ਬੱਚੀ ਲੱਗੀ ਸੀ, ਉਹ ਕਹਿੰਦੇ ਕਿਸੇ ਨੂੰ ਨਹੀਂ ਵੇਖਣ ਗਏ। ਭਾਜੀ ਉਹ ਵੀ ਅੰਦਰ ਬਹਿ ਕੇ ਫੋਨ ਤੇ ਲੱਗੇ, ਐਸ ਬੂਹੇ ਜਾਓ। ਅਸੀਂ ਅੰਦਰ ਗਏ, ਸੁਲਤਾਨਪੁਰ ਦੀ ਗੱਲ ਹੈ, ਅੰਦਰ ਗਏ ਤੇ ਉਹਨੇ ਆਰਾਮ ਨਾਲ ਏਸੀ ਛੱਡਿਆ ਤੇ ਤਾਂ ਗੇਮ ਖੇਡਣ ਦਿਆ। ਉਹ ਨਾਲ ਦਾ ਕਹਿੰਦਾ ਸ਼ਰਮ ਕਰੋ, ਸ਼ਰਮ ਕਰੋ ਤੁਸੀਂ। ਕਹਿੰਦੇ ਕੀ ਹੋਇਆ? ਕਹਿੰਦੇ ਉਧਰ ਲਹੂ ਨੁੱਚੜ ਚੱਲਿਆ ਬੰਦੇ ਦਾ ਤੇ ਉਹ ਕਹਿੰਦੇ ਰੌਂਡ ਤੇ। ਆਹ ਕਿਹੜਾ ਰੌਂਡ ਹੈ? ਇਹੀ ਚੀਜ਼ ਸਾਨੂੰ ਥੱਲੇ ਲਿਜਾ ਰਹੀ ਦਿਨੋਂ ਦਿਨ। ਆਖੋ ਸਤਨਾਮ। ਸੋ ਇਸ ਕਰਕੇ ਮੇਰੇ ਦਾਤੇ ਦੇ ਘਰ 'ਚ ਰਹਿਮਤ ਹੈ, ਖੁਸ਼ੀ ਹੈ। ਸੰਗਤੇ ਆਪਣਾ ਫਰਜ਼ ਨਿਭਾਇਆ ਕਰੋ, ਸੱਚੇ ਦਿਲੋਂ ਫਰਜ਼ ਨਿਭਾਈ ਜਾਓਗੇ, ਗੁਰੂ ਕਮੀ ਨਹੀਂ ਰਹਿਣ ਦਿੰਦਾ, ਨਹੀਂ ਰਹਿਣ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੀਅਤ ਰਾਸ ਹੋਵੇ। ਤੋ ਇਸ ਕਰਕੇ ਅੱਜ ਬੇਬੇ ਨੂੰ ਮਿਲਿਆ ਹੋਇਆ ਪੁੱਤਰਾ, ਤੇ ਇਸੇ ਕਰਕੇ ਇੰਨੀ ਖੁਸ਼ੀ ਦੇ ਵਿੱਚ ਸਾਰੀਆਂ ਖੁਸ਼ੀਆਂ ਬੇਬੇ ਨਾਨਕੀ ਜੀ ਆਪ ਹੀ ਵਰਤਾ ਰਹੇ ਹਨ। ਆਦਤ ਤਾਤ ਦੁਲਾਰਤ ਮਾਤ ਨਹਾਵਤ ਹਾਥਨ ਸੋ ਮਨ ਬਾਰੀ। ਕਹਿੰਦੇ ਮਾਤਾ ਸੁਲੱਖਣੀ ਜੀ ਬਾਬੇ ਸ਼੍ਰੀ ਚੰਦ ਦੇ ਹੱਥਾਂ ਨੂੰ ਚੁੰਮਦੇ ਐ। ਕਦੇ ਬਾਬੇ ਸ਼੍ਰੀ ਚੰਦ ਦੇ ਦੋਵੇਂ ਚਰਨਾਂ ਨੂੰ ਚੁੰਮਦੇ ਐ, ਕਿਉਂਕਿ ਕੋਈ ਜੋ ਮਰਜੀ ਕਵੇ, ਮੈਂ ਤਾਂ ਕਹਿੰਦਾ ਉਹ ਕੋਈ ਪੀਰ ਪੈਗੰਬਰ ਮਹਾਂਪੁਰਖ ਵਲੀ ਹੈ। ਬੜਾ ਔਖਾ ਕਿਤੇ ਬਹਿਣਾ। ਬਾਬਾ ਸ਼੍ਰੀ ਚੰਦ ਜੀ ਦਾ 6-6 7-7 ਮਹੀਨੇ ਦਾ ਚੌਂਕੜਾ ਹੀ ਸੀ। ਅੱਜ ਅਸੀਂ ਕਹਿ ਦਿੰਦੇ ਏਦਾਂ ਉੱਦਾਂ, ਕਿਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਓ, ਬਾਬਾ ਬੁੱਢਾ ਜੀ ਨੂੰ ਕਹਿੰਦੇ ਸੀ ਕਿਸੇ ਮਹਾਂਪੁਰਖ ਦੇ ਦਰਸ਼ਨ ਹੀ ਕਰਾ ਦਿਓ, ਤੇ ਬਾਬਾ ਬੁੱਢਾ ਜੀ ਕਹਿੰਦੇ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕਿਹੜਾ? ਕਹਿੰਦੇ ਨਹੀਂ, ਸਾਡਾ ਬੜਾ ਦਿਲ ਕਰਦਾ ਏ ਕੋਈ ਇਸ ਵੇਲੇ ਪੁੱਜਿਆ ਮਹਾਂਪੁਰਖ ਹੋਵੇ, ਉਹਦੇ ਦਰਸ਼ਨ ਕਰਨ ਨੂੰ ਜੀ ਕਰਦਾ। ਕਹਿੰਦੇ ਜੀ ਕਿਉਂ?
ਕਹਿੰਦੇ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ 3 ਅਸ਼ਟਪਦੀਆਂ, ਬ੍ਰਹਮ ਗਿਆਨੀ ਦੀ, ਸੰਤ ਦੀ ਤੇ ਸਾਧੂ ਦੀ, 3 ਅਸ਼ਟਪਦੀਆਂ ਉਚਾਰੀਆਂ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ। ਅਸੀਂ ਵੇਖਣਾ ਚਾਹੁੰਦੇ ਹਾਂ ਵੀ ਬ੍ਰਹਮ ਗਿਆਨੀ ਸਾਧੂ ਸੰਤ ਕਿੱਦਾਂ ਦੇ ਹੁੰਦੇ ਆ। ਉਸ ਵੇਲੇ ਫਿਰ ਬਾਬਾ ਬੁੱਢਾ ਜੀ ਦਾ ਇਸ਼ਾਰਾ ਪਤਾ ਕਿਹਦੇ ਵੱਲ ਹੋਇਆ ਸੀ? ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਮੀਰੀ ਪੀਰੀ ਦੇ ਮਾਲਕ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਆਏ। ਤੁਸੀਂ ਇੱਥੋਂ ਵੇਖ ਲਓ, ਮੈਂ ਕੋਲੋਂ ਨਹੀਂ ਕਹਿੰਦਾ। ਤੇ ਜਦੋਂ ਸਤਿਗੁਰੂ ਆ ਰਹੇ ਸੀ ਤੇ 2200 ਘੋੜ ਸਵਾਰ ਸੀ ਮਹਾਰਾਜ ਦੇ ਕੋਲੇ। ਕਿੰਨਾ ਜੀ? ਤੇ ਅੱਜ ਜਦੋਂ ਤੁਹਾਡੇ ਘਰ ਪ੍ਰੋਗਰਾਮ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਸਾਰੇ ਜਾਇਆ ਕਰੋ, ਸਾਰੇ ਛੱਡ ਕੇ ਆਇਆ ਕਰੋ। ਉਤੋਂ ਤਾਂ 5 ਨਹੀਂ ਲੱਭਦੇ। ਮੁੰਡੇ ਕੁੜੀ ਨੂੰ ਦਿੱਲੀ ਏਅਰਪੋਰਟ ਤੇ ਚੜਾਉਣਾ ਤੇ 3 ਗੱਡੀਆਂ ਗਈਆਂ, ਬੱਚਾ ਇੱਕ ਚੜਾਉਣਾ, ਖੁਸ਼ੀ ਹੈ ਨਾ, ਆਪਣਾ ਵਾ। ਤੇ ਗੁਰੂ ਗ੍ਰੰਥ ਸਾਹਿਬ ਕਿਹੜਾ ਆਪਣੇ? ਇਹਨਾਂ ਦੀ ਤੇ ਉਦੋਂ ਲੋੜ ਪੈਂਦੀ ਆ ਜਦੋਂ ਕੋਈ ਜੰਮ ਪਿਆ ਤੇ ਜਾਂ ਕੋਈ ਮਰ ਗਿਆ। ਮਾਫੀ ਦੇ ਦਿਓ, ਹੱਥ ਜੋੜ। ਜੇ ਸੱਚੀ ਪਿਆਰ ਕਰਦੇ ਹੋ ਨਾ, ਭੂਆ ਜ਼ਰੂਰੀ ਆ, ਫੁੱਫੜ ਜ਼ਰੂਰੀ ਆ, ਨਾਨੀ ਜ਼ਰੂਰੀ ਆ, ਚਾਚੀ ਜ਼ਰੂਰੀ ਹੈ। ਕਦੇ ਚੌਰ ਸਾਹਿਬ ਲੈ ਕੇ ਆਖਿਆ ਮੇਰਾ ਬਾਪੂ ਜ਼ਰੂਰੀ ਹੈ। ਕਦੇ ਇੱਦਾਂ ਦੇ ਪਰਿਵਾਰ ਹੈਗੇ ਆ ਜਿਹੜੇ ਜਦੋਂ ਪਾਠ ਆਰੰਭ ਹੋ ਜਾਂਦਾ ਉਹ ਕਹਿੰਦੇ ਪੁੱਤ ਤੁਹਾਡੀ ਡਿਊਟੀ ਚਾਹ ਪਾਣੀ ਪਿਓ, ਮੈਨੂੰ ਨਾ ਛੇੜਿਓ, ਮੈਂ 3 ਦਿਨ ਮਹਾਰਾਜ ਦੇ ਕੋਲ ਰਹਿਣਾ। ਤੇ ਫਿਰ ਉਹਨਾਂ ਨੂੰ ਮਿਲਣਾ ਜਿੰਨਾ ਗੁਰੂ ਮਨਾਇਆ, ਤੇ ਰਹਿਮਤਾਂ ਉਹਨੂੰ ਹੀ ਮਿਲਣੀਆਂ ਏ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸਾਹਿਬ 2200 ਘੋੜ ਸਵਾਰ ਆ ਰਿਹਾ ਤੇ ਬਾਬਾ ਸ਼੍ਰੀ ਚੰਦ ਜੀ ਆਸਣ ਤੇ ਬੈਠੇ ਸੀ। ਤੇ ਭਾਈ ਕਮਲੀਆ ਜੀ ਨੂੰ ਕਹਿੰਦੇ ਇਹ ਕਿਹੜਾ ਰਾਜਾ ਆ ਰਿਹਾ? ਤੇ ਭਾਈ ਕਮਲੀਆ ਜੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਰਾਜਾ ਨਹੀਂ ਆ ਰਿਹਾ, ਰਾਜਿਆਂ ਦਾ ਰਾਜਾ ਆ ਰਿਹਾ। ਕਹਿੰਦੇ ਕੌਣ? ਕਹਿੰਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਕਲੌਤੇ ਪੁੱਤਰ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਆ ਰਹੀ ਹੈ। ਉਸ ਵੇਲੇ ਬਾਬਾ ਸ਼੍ਰੀ ਚੰਦ ਹੱਸੇ, ਕਿਉਂਕਿ ਮੈਂ ਤਾਂ ਥੋੜਾ ਜਿਹਾ ਅੱਜ ਉਹਨਾਂ ਦਾ ਪ੍ਰਕਾਸ਼ ਕਰਕੇ ਉਹਨਾਂ ਨਾਲ ਰਿਲੇਟਡ ਤੁਹਾਨੂੰ ਚੀਜ਼ਾਂ ਸੁਣਾ ਰਿਹਾ, ਕਿਉਂਕਿ ਅੱਗੇ ਫਿਰ ਲੜੀ ਹੋਰ ਸ਼ੁਰੂ ਹੋਣੀ ਹੈ। ਤੋ ਕਹਿੰਦੇ ਬਾਬਾ ਸ਼੍ਰੀ ਚੰਦ ਬਾਰੇ ਵੀ ਜਿੰਨਾ ਕੁ ਦਾਸ ਨੂੰ ਪਤਾ ਵੀ ਕੌਣ ਸੀ ਬਾਬਾ ਸ਼੍ਰੀ ਚੰਦ। ਤੁਸੀਂ ਸਾਰੇ ਜਿੰਨੀ ਜੋਗੇ ਜੇ ਮਠਿਆਈ ਲਿਆਏ, ਕੋਈ ਚੱਲ ਕੇ ਆਇਆ, ਕਿੰਨੀ ਸੰਗਤ ਬੈਠੀ ਹੈ, ਉਸ ਮਹਾਂਪੁਰਖ ਦਾ ਪ੍ਰਕਾਸ਼ ਦੀ ਕਥਾ ਏ। ਤੁਹਾਡਾ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਜਦੋਂ ਨੇੜੇ ਆਏ ਤੇ ਬਾਬਾ ਸ਼੍ਰੀ ਚੰਦ ਕਮਲੀਆ ਜੀ ਨੂੰ ਕਹਿੰਦੇ ਵੀ ਏਦਾਂ ਕਰੀ, ਅਸੀਂ ਸਮਾਧੀ ਲੀਨ ਹੋਣਾ ਹੈ ਤੇ ਉਹਨਾਂ ਨੂੰ ਕਹਿ ਦਿਓ ਸਾਨੂੰ ਛੇੜਨ ਨਾ। ਕਹਿੰਦੇ ਮਹਾਂਪੁਰਖ ਉਹ ਤਾਂ ਮਿਲਣ ਆਏ ਹੈ। ਬਾਬਾ ਸ਼੍ਰੀ ਚੰਦ ਕਹਿੰਦੇ ਇਹਨੂੰ ਮੀਰੀ ਪੀਰੀ ਦਾ ਮਾਲਕ ਕਹਿੰਦੇ ਨੇ, 2 ਤਲਵਾਰੀ ਪਾਈਆਂ। ਅੱਜ ਪਰਖ ਕਰਨੀ ਹੈ ਕਿ ਇਹਦੇ ਕੋਲ ਪੀਰੀ ਹੈਗੀ ਵੀ ਕਿ ਉੱਦਾਂ ਹੀ ਪਾਈ ਫਿਰਦੇ। ਹੁਣ ਆਪਣੇ ਵਰਗੇ ਬਹੁਤਿਆਂ ਨੇ ਕਿਰਪਾਨਾਂ ਪਾ ਲੀਆਂ, ਪਤਾ ਕੱਖ ਨਹੀਂ। ਅੱਜ ਕੋਈ ਪੁੱਛ ਲੇ ਤੁਹਾਡੇ ਚੋਂ ਕਿਸੇ ਨੇ ਅੰਮ੍ਰਿਤ ਛਕਿਆ ਹੋਵੇ ਵੀ ਕੜੇ ਦੀ ਡੈਫੀਨੇਸ਼ਨ ਕੀ ਆ, ਕਛਹਿਰੇ ਦੀ ਕੀ ਆ, ਕੇਸ ਦੀ ਕੀ ਆ, ਪੱਗ ਦੀ, ਮੈਨੂੰ ਨਹੀਂ ਲੱਗਦਾ ਤੁਹਾਨੂੰ ਜਵਾਬ ਆਊ। ਤੁਸੀਂ ਕਹਿਣਾ ਛਕਿਆ ਬਾਜੀ। ਉੱਥੇ ਵੈਸੇ ਹੀ ਏਦਾਂ ਹੋਇਆ ਸੀ ਇੱਕ ਵਾਰੀ, ਗੋਰੇ ਲੋਕ ਬਹੁਤ ਪੜ੍ਹਦੇ ਆਪਣਾ ਇਤਿਹਾਸ, ਉੱਥੇ ਮੇਰੇ ਵਰਗੇ ਨੇ ਸਿੰਘ ਪਸਾਲੇ, ਕਿਉਂਕਿ ਮੈਂ ਵੀ ਜਦੋਂ ਗਿਆ ਸੀ ਨਾ ਤੇ ਉਹ ਫਿਰ ਕਹਿੰਦੇ ਸ੍ਰੀ ਸਾਹਿਬ ਲਾ ਕੇ ਤੇ ਪਾਸੇ ਕਰੋ। ਸਾਹਿਬ ਤੇ ਪੱਗ ਦੀ ਗੱਲ ਕਰਦਾ ਸੀ ਤੇ ਕਰਦਾ ਵੀ ਉਹ ਵਕੀਲ ਸੀ। ਇਹਨਾਂ ਨੇ ਵੇਖਿਆ ਜੇ ਫਿਲਮਾਂ 'ਚ ਨੱਚਣ ਟੱਪਣ ਵਾਲੇ ਪੱਗ ਬੰਨ੍ਹ ਕੇ ਸ੍ਰੀ ਸਾਹਿਬ ਫੜ ਲਈ ਤਾਂ ਪੰਜਾਬ ਤਾਂ ਤਰੱਕੀ ਕਰ ਗਿਆ। ਇਸ ਕਰਕੇ ਛੇਤੀ ਤੋਂ ਛੇਤੀ ਇਹਨੂੰ ਖਤਮ ਕੀਤਾ ਜਾਏ। ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਤੋ ਇਸ ਕਰਕੇ ਸਮੇਂ ਸਮੇਂ ਸਿਰ ਸੋ ਮੈਂ ਆਪਣੇ ਵਿਸ਼ੇ 'ਚ ਰਵਾਂ। ਬਾਬਾ ਸ਼੍ਰੀ ਚੰਦ ਜੀ ਕਹਿੰਦੇ 2 ਤਲਵਾਰੀ ਵਧੀਆਂ ਏ, ਇੱਕ ਮੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ। ਤੇ ਕਹਿੰਦੇ ਇੰਨਾ ਤੇ ਸੁਣਿਆ ਇਹਦੀ ਮੀਰੀ ਤਾਂ ਵੇਖੀ ਹੈ ਵੀ 4 ਜੰਗ ਕੀਤੇ ਹੈ, ਹਰਗੋਬਿੰਦਪੁਰਾ, ਕਰਤਾਰਪੁਰ, ਮਹਾਰਾਜ, ਸ੍ਰੀ ਅੰਮ੍ਰਿਤਸਰ, ਵੱਡੇ ਜੰਗ ਗੁਰੂ ਹਰਗੋਬਿੰਦ ਸਾਹਿਬ ਦੇ 4 ਹੈ। ਲਲਾ ਬੇਗ ਦੇ ਇੱਧਰ ਤੇਗ ਮਾਰ ਕੇ ਮਹਾਰਾਜ ਨੇ 2 ਵਿੱਚ ਦੀ ਕੱਢ ਦਿੱਤੀ ਸੀ ਸੰਜੋ ਪਾੜ ਕੇ। ਪੈਂਦੇ ਖਾਂ ਘੋੜੇ ਸਮੇਤ ਮਹਾਰਾਜ ਨੂੰ ਮਹਾਰਾਜ ਦੀ ਜੰਗ ਆ ਕਰਤਾਰਪੁਰੇ ਦੇ ਲਾਗੇ ਹੋਈ। ਕਿੰਨੇ 4 ਯੁੱਧ ਵੱਡੇ ਕੀਤੇ, ਛੋਟੀਆਂ 3 ਜੰਗਾਂ।
ਘੋੜੇ ਦੇ ਇੰਨਾ ਤਕੜਾ ਸੀ, ਪੈਂਦੇ ਖਾਂ ਵੀ ਰੁਪਈਆ ਹੱਥ 'ਚ ਫੜ ਕੇ ਉਹਦੀ ਮੋਹਰ ਮਿਟਾ ਦਿੰਦਾ ਸੀ। ਤੇ ਮਹਾਰਾਜ ਨੇ ਪਾਲਿਆ ਸੀ ਤੇ ਪਾਤਸ਼ਾਹ ਘੋੜੇ ਤੇ ਬੈਠੇ ਤੇ ਘੋੜੇ ਸਮੇਤ ਹੀ ਮਹਾਰਾਜ ਨੂੰ ਚੁੱਕ ਕੇ ਸੁੱਟਣ ਲੱਗਾ। ਤੇ ਮਹਾਰਾਜ ਦੀਆਂ ਜਿਹੜੇ ਇਤਿਹਾਸਕਾਰ ਕਹਿੰਦੇ ਨੇ, ਬਾਕੀ ਗੁਰੂਆਂ ਨਾਲੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਜਿਹੜੀਆਂ ਬਾਹਾਂ ਸੀ ਲੰਮੀਆਂ ਸੀ ਬਾਕੀ ਸਰੀਰਾਂ ਨਾਲੋਂ। ਤੇ ਮਹਾਰਾਜ ਸਾਹਿਬ ਨੇ ਢਾਲ ਫੜ ਕੇ ਸੱਜੇ ਪਾਸੇ ਦੀ ਸਿਰ ਵਿੱਚ ਮਾਰੀ, ਬੁੜਕ ਕੇ ਜਾਗ ਪਿਆ। ਕਹਿਣ ਲੱਗੇ ਸਤਿਗੁਰੂ ਬਖਸ਼ ਲੋ। ਮਹਾਰਾਜ ਕਹਿੰਦੇ ਸਤਿਗੁਰੂ ਕਾਹਤੋਂ ਕਹਿਣਾ? ਕਹਿ ਲਾ ਇਲਾ ਮੁਹੰਮਦ ਰਸੂਲ ਅੱਲਾ, ਕਲਮਾ ਪੜ੍ਹ ਕਲਮਾ। ਕਹਿੰਦੇ ਬਾਪੂ ਮੇਰਾ ਤੂੰ ਹੀ ਕਲਮਾ ਹੈ। ਸੋ ਖੈਰ ਕਹਿੰਦੇ ਇਹਦੀ ਮੀਰੀ ਤਾਂ ਵੇਖੀ, ਇਹਦੀ ਤੇਗ 'ਚ ਬੜੀ ਬਿਜਲੀ ਹੈ। ਭਾਈ ਕਮਲੀਆ ਅੱਜ ਦੀ ਪੀਰੀ ਪਰਖਦੇ ਆ, ਕਿਉਂਕਿ 2 ਤਲਵਾਰਾਂ ਦੇ ਅਰਥ ਸੀ ਨਾ। ਹੁਣ ਬਹੁਤ ਹੀ ਸੰਗਤ ਅੰਮ੍ਰਿਤ ਦੀ ਚਾਹਵਾਨ, ਛਕਿਆ ਵੀ ਹੈ ਪਰ ਪਤਾ ਕੋ ਨਹੀਂ। ਤੋ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਨੇ ਮਾਰ ਲਿਆ ਚੌਂਕੜਾ, ਧੂਣਾ ਕਰਤਾ ਤੇਜ ਤੇ ਸਤਿਗੁਰੂ ਗਏ ਪਹੁੰਚ। 6 ਮਹੀਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹਿਣਾ ਪਿਆ। ਕਿੰਨਾ ਜੀ? ਤੇ ਅੱਜ ਤਾਂ ਮੁੱਖ ਵਾਗ ਥੋੜਾ ਜਿਹਾ ਵਡੇਰਾ ਆ ਜੇ ਤੇ ਬਹੁਤੀ ਸੰਗਤ ਉੱਠ ਕੇ ਤੁਰ ਪੈਂਦੀ। ਕਹਿੰਦੇ ਬਾਬੇ ਤਾਂ ਲੰਮੇ ਹੋ ਗਏ, ਚੱਲੀਏ ਭਾਈ। ਇੰਨਾ ਕਿ ਆਪਣੇ 'ਚ ਜੇਰਾ ਇਮਾਨਦਾਰੀ ਨਾਲ ਦੱਸਿਓ, ਤੁਹਾਡੇ 'ਚ ਹੱਥ ਖੜਾ ਕਰਿਓ, ਮੈਂ ਜਕਾਰਾ ਛੱਡੂ। ਜਿਸ ਰੂਹ ਨੇ ਘਰ ਦੇ ਵਿੱਚ ਅਖੰਡ ਪਾਠ ਚੱਲਦਾ ਹੋਏ, 48 ਘੰਟਿਆਂ 'ਚੋਂ 6-7 ਘੰਟੇ ਬਹਿ ਕੇ ਪਾਠ ਸੁਣਿਆ ਹੋਵੇ, ਕੋਈ ਸਤਨਾਮ ਧੂਫ ਲਾਉਣ ਆਈ ਦਾ ਧੂਫ, ਜਾਂ ਬਾਪੂ ਭਾਇਆ ਹੁੰਦਾ, ਬਾਪੂ ਜੀ ਤੁਸੀਂ ਇੱਥੇ ਰਹਿਣਾ, ਤੁਸੀਂ ਧੂਫ ਨਹੀਂ ਬੁਝਣ ਦੇਣੀ ਵੀ ਗ੍ਰੰਥੀ ਦਾ ਸਾਹ ਨਾ ਨਿਕਲੇ। ਆਖੋ ਸਤਨਾਮ। ਤੇ ਉਹ ਬਾਪੂ ਵੀ ਉੱਥੇ ਗੇੜੇ ਜੇ ਕੱਢਦਾ ਫਿਰਦਾ, ਆਉਂਦਾ 2 ਧੂਫ ਫੇਰ 4, ਫੇਰ ਉਹਨੂੰ ਸੁਣਦਾ ਤੇ ਹੁੰਦਾ ਨਹੀਂ। ਉਹ ਤਾਂ ਆਨੰਦ ਮੰਗਲੀ ਹੈ। ਜਿਨ੍ਹਾਂ ਨੇ ਸੁਣਨਾ ਸੀ, ਜਵਾਨ ਜਮੂਨ ਸੀ, ਉਹ ਤਾਂ ਵੜੇ ਕੋਨੀ ਅੰਦਰ, ਉਹ ਤਾਂ ਬਾਹਰ ਫਿਰਦੇ ਮੋਬਾਈਲਾਂ ਤੇ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਬਹਿ ਗਏ। 1 ਦਿਨ ਲੰਘ, 2 ਦਿਨ ਲੰਘ, ਮਹੀਨਾ ਲੰਘ ਗਿਆ, 2 ਮਹੀਨੇ। ਸਿੱਖ ਕਹਿੰਦੇ ਸਤਿਗੁਰੂ ਉੱਠੋ ਚੱਲੀਏ। ਆ ਕਿਹੜੇ ਸਾਧੂ ਦੇ ਪਿੱਛੇ ਲੱਗੇ ਨੰਗ ਭੜੰਗੇ ਜੇ ਦੇ? ਇਹਨੇ ਪਾਇਆ ਲੰਗੋਟ ਤੇ ਧੂਏ ਤੇ ਬੈਠਾ ਏ, ਮਾਲਕ ਮੀਰੀ ਪੀਰੀ ਦਾ। ਮਹਾਰਾਜ ਕਹਿੰਦੇ ਜਿੰਨੇ ਜਾਣਾ ਜਾਓ, ਜਿੰਨੇ ਜਾਣਾ ਜਾਓ, ਸਾਨੂੰ ਕੋਈ ਖਤਰਾ ਨਹੀਂ, ਅਸੀਂ ਪੇਪਰ ਦੇਣ ਆਏ, ਪੇਪਰ। ਤੇ ਜਦੋਂ ਪੇਪਰ ਪੈਂਦਾ ਹੋਵੇ, ਭਾਵੇਂ 9 ਵਜੇ ਦੇ ਬੈਠੇ 5 ਵੱਜਣ, ਉੱਥੇ ਹਿੱਲਣ ਥੋੜਾ ਦੇਣਾ। 2 ਮਿੰਟ ਵੀ ਨਹੀਂ ਜਾਣ ਦਿੰਦੇ, ਕਹਿੰਦੇ ਪਰਚੀਆਂ ਲੈ ਆਉਣਗੀਆਂ ਨਾ। ਤੋ ਕਹਿੰਦੇ ਪੇਪਰ ਪੈ ਰਿਹਾ। ਮਾਰੇ ਕਹਿੰਦੇ ਹਾਂ ਸਾਡੀ ਪੀਰੀ ਦਾ ਪੇਪਰ ਹੋ ਰਿਹਾ, ਕਿ ਇਹਨਾਂ 'ਚ ਪੀਰੀ ਹੈਗੀ ਕਿ ਉੱਦਾਂ ਹੀ ਪਾਈ ਫਿਰਦੇ ਆ। ਤੋ ਇਸ ਕਰਕੇ ਸਾਧ ਸੰਗਤ ਜੀ ਪੂਰੇ 6 ਮਹੀਨੇ ਬਾਅਦ ਸਤਿਗੁਰੂ ਮਹਾਰਾਜ ਜੀ ਉੱਥੇ ਦੀਵਾਨ ਲਾ ਕੇ ਆਨੰਦ ਲੈ ਰਹੇ, ਲੰਗਰ ਚੱਲ ਰਿਹਾ ਹੈ। ਪੂਰੇ 6 ਮਹੀਨੇ ਬਾਅਦ ਬਾਬਾ ਸ਼੍ਰੀ ਚੰਦ ਜੀ ਆਪਣੇ ਆਪ ਧੂਏ ਤੋਂ ਉੱਠੇ। ਮੈਂ ਤਾਂ ਮਿੰਟ 'ਚ ਹੀ ਕਹਿ ਗਿਆ 6 ਮਹੀਨੇ, ਪਰ 6 ਮਹੀਨੇ ਕੀ 6 ਦਿਨ ਬਹਿਣਾ ਔਖਾ। ਕੌਣ ਹੈ ਬਾਬਾ ਸ਼੍ਰੀ ਚੰਦ? ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ, ਏਦਾਂ ਹੀ ਚੌਂਕੜਾ। ਹੁਣ ਕਿੱਦਾਂ ਕਹਿ ਦਾਂਗੇ ਵੀ ਉਹ ਆਮ ਸੀ? ਨਹੀਂ ਪਿਆਰਿਓ। ਫਿਰ ਬਾਬਾ ਜੀ ਆਪ ਉੱਠ ਕੇ ਗਏ, ਜਾ ਕੇ ਨਮਸਕਾਰ ਕੀਤੀ, ਫਤਿਹ ਬੁਲਾਈ, ਦੇਗ ਵੰਡੀ, ਆਸਾ ਦੀ ਵਾਰ ਮਹਾਰਾਜ ਨੇ ਪੜ੍ਹੀ ਗੁਰੂ ਹਰਗੋਬਿੰਦ ਸਾਹਿਬ ਨੇ। ਨਾਲ ਹੀ ਮਹਾਰਾਜ ਦੇ ਸਾਹਿਬਜ਼ਾਦੇ ਸੀ। ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਕਹਿੰਦੇ ਜੀ ਇਹ ਬੱਚੇ ਕਿਹਦੇ ਆ? ਤੇ ਮਹਾਰਾਜ ਕਹਿੰਦੇ ਤੁਹਾਡੇ ਹੀ ਆ, ਤੁਹਾਡੇ ਹੀ ਆ। ਕਹਿੰਦੇ ਗੱਲਾਂ ਨੇ ਸਾਰੋਂਗੇ ਕਿ ਦਵੋਂਗੇ ਵੀ ਕੋਈ? ਤੇ ਗੁਰੂ ਹਰਗੋਬਿੰਦ ਸਾਹਿਬ ਬਾਪੂ ਕਹਿਣ ਲੱਗੇ ਜਿਹੜਾ ਮਰਜ਼ੀ ਰੱਖ ਲੋ। ਬਾਬੇ ਸ਼੍ਰੀ ਚੰਦ ਨੇ 5 ਪੁੱਤਰ ਖਲੋਤੇ ਐ, ਸੂਰਜਮਲ, ਅਣੀ ਰਾਏ, ਅਟਲ ਰਾਏ, ਤੇਗ ਬਹਾਦਰ ਜੀ ਤੇ ਬਾਬਾ ਗੁਰਦਿੱਤਾ। 5 ਦੇ ਵਿੱਚੋਂ ਬਾਬਾ ਸ਼੍ਰੀ ਚੰਦ ਜੀ ਜਾਂਦੇ ਜਾਂਦੇ ਪਤਾ ਬਾਂਹ ਕਿਹਦੀ ਫੜੀ? ਬਾਬੇ ਗੁਰਦਿੱਤੇ ਦੀ। ਤੇ ਬਾਬਾ ਗੁਰਦਿੱਤਾ ਮਾਤਾ ਦਮੋਦਰੀ ਸਾਹਿਬ ਦਾ ਸਪੁੱਤਰ ਹੈ। ਡੱਲੇ ਦਾ ਇਤਿਹਾਸ ਬਹੁਤ ਵੱਡਾ। ਕਈ ਸਾਡੇ ਸਿੰਘ, ਅਸੀਂ ਵੀ ਅੱਧਾ ਸ਼ਬਦ ਵਰਤਦੇ, ਡਿਊਟੀ ਕਿੱਥੇ ਆ? ਦਮੋਦਰੀ। ਏਦਾਂ ਨਹੀਂ ਕਹਿਣਾ ਚਾਹੀਦਾ। ਜਦੋਂ ਕੋਈ ਪੁੱਛੇ ਸੇਵਾ ਕਿੱਥੇ ਹੈ, ਧੰਨ ਧੰਨ ਮਾਂ ਦਮੋਦਰੀ ਸਾਹਿਬ। ਸਾਨੂੰ ਪਤਾ ਨਹੀਂ ਨਾ, ਅਸੀਂ ਸ਼ਬਦ ਦਮੋਦਰੀ ਗੁਰਦੁਆਰੇ ਵੀ ਜਾਣਾ। ਇਹ ਸ਼ਬਦ ਬੜਾ ਔਖਾ ਜਿਹਾ ਲੱਗਦਾ। ਮੈਂ ਜਿੰਨਾ ਚਿਰ ਵੀ ਸੇਵਾ 1.5-2 ਸਾਲ ਨਿਭਾਈ, ਮੈਂ ਮਾਂ ਸ਼ਬਦ ਤੋਂ ਵੱਧ ਨਹੀਂ ਸੀ ਬੋਲਦਾ। ਕੋਈ ਵੀ ਪੁੱਛਦਾ ਸੀ ਕਿਹੜੇ ਗੁਰਦੁਆਰੇ ਡਿਊਟੀ, ਕਹਿਣਾ ਮਾਂ ਦੀ ਗੋਦੀ 'ਚ। ਤੇ ਜੇ ਮਾਂ ਬਣਾਈ ਸੀ ਤੇ ਉਹਨੇ ਫਿਰ ਪੁੱਤ ਬਣਾ ਕੇ ਵੀ ਦਿਖਾਤਾ ਨਾ। ਇਸ ਕਰਕੇ ਸਾਧ ਸੰਗਤ ਸ਼ਬਦ ਉਹੋ ਹੀ ਹੁੰਦੇ ਹੈ, ਤੁਹਾਡੀ ਸ਼ਰਧਾ ਵਿੱਚ ਹੋਣੀ ਚਾਹੀਦੀ ਹੈ। ਤੇ ਜਿਹੜੇ ਅੱਧੇ ਨਾਂ ਵਾਲੇ ਸੀ ਉੱਥੇ ਦੇ ਉੱਥੇ ਬੈਠੇ ਕਿ ਨਹੀਂ? ਫਿਰ
ਇਸ ਕਰਕੇ ਜਿਹੜਾ ਬੱਚਾ ਮਾਂ ਪਿਓ ਦੀ ਸੇਵਾ ਕਰਦਾ ਉਹਨੂੰ ਸੀਸਾਂ ਲੱਗਦੀਆਂ ਏ। ਧੰਨ ਮੇਰੇ ਪਾਤਸ਼ਾਹ ਬਾਬਾ ਸ਼੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਗੋਦੀ ਲਿਆ ਤੇ ਬਾਬਾ ਗੁਰਦਿੱਤਾ ਤੇ ਮਾਤਾ ਨਿਹਾਲ ਕੌਰ ਨੇ ਇੰਨੀ ਸੇਵਾ ਕੀਤੀ। ਬਾਬੇ ਸ਼੍ਰੀ ਚੰਦ ਕੀਰਤਪੁਰ ਸਥਾਨ ਹੈ ਤੇ ਫਿਰ ਬਾਬੇ ਗੁਰਦਿੱਤੇ ਦੇ ਘਰ ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਹੋਇਆ। ਕਿੱਡਾ ਵੱਡਾ ਇਤਿਹਾਸ ਹੈ ਸਾਡਾ ਸਾਧ ਸੰਗਤ ਜੀ। ਇਹ ਫਕੀਰ ਮਹਾਂਪੁਰਖ ਸੀ। ਸੋ ਖੈਰ ਮੈਂ ਵਾਪਸ ਆਵਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭੁਜੰਗੀ ਬਾਬਾ ਸ਼੍ਰੀ ਚੰਦ ਦੀਆਂ ਖੁਸ਼ੀਆਂ ਪਰਿਵਾਰ ਮਨਾਉਣੀਆਂ ਕਰਦਾ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭੁਜੰਗੀ ਦਾ ਚਿਹਰਾ ਖਿੜਿਆ। ਜਿਹੜੀ ਵੀ ਕਹਿੰਦੇ ਸੰਗਤ ਬਾਬੇ ਸ਼੍ਰੀ ਚੰਦ ਦੇ ਚਿਹਰੇ ਨੂੰ ਵੇਂਦੀ ਉਹਦਾ ਅੰਦਰ ਠਰ ਜਾਂਦਾ, ਆਨੰਦ ਆ ਜਾਂਦਾ, ਭਾਵ ਅੰਦਰ ਖੇੜਾ ਆ ਜਾਂਦਾ ਹੈ। ਮਨ ਤਨ ਹੋਏ ਨਿਹਾਲ ਜਾਂ ਗੁਰ, ਆਨੰਦ ਆ ਜਾਂਦਾ। ਵੈਸੇ ਵੀ ਜਿਹੜੀ ਬੰਦਗੀ ਵਾਲੀ ਰੂਹ ਨਾ, ਆ ਸੰਗਤ ਵਿੱਚ ਰੂਹਾਂ ਬੈਠੀਆਂ, ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਭੈਣਾਂ ਨੇ ਵੀਰਾਂ ਨੇ 25 30 35 ਸਹਿਜ ਪਾਠ ਕੀਤੇ ਆ, ਉਹਨਾਂ ਦਾ ਕਰਕੇ ਆ ਆਨੰਦ ਬਣਿਆ, ਰਸ ਬਣਿਆ। ਉਹ ਤਾਂ ਇਕੱਲਿਆਂ ਥੋੜ੍ਹੀ ਨਾ ਆਉਂਦਾ। ਇਸ ਕਰਕੇ ਸਾਧ ਸੰਗਤ ਜੀ, ਦਾਸ ਬਹੁਤਾ ਪੜ੍ਹਿਆ ਨਹੀਂ, ਕੋਈ ਵਿਦਵਾਨ ਨਹੀਂ ਮੈਂ, ਮੇਰੇ ਤੇ ਜਿੰਨੀ ਵੀ ਕਿਰਪਾ ਹੋਈ ਇਹ ਸੰਗਤ ਦੀ ਹੈ। ਕਿਉਂਕਿ ਸੰਗਤ ਦੀ ਸੀਸ ਹੈ, ਸੰਗਤ ਪਿਆਰ ਕਰਦੀ, ਉਹ ਸੀਸਾਂ ਦੇ ਨਾਲ ਹੀ ਮਿਹਰ ਹੁੰਦੀ ਹੈ। ਤੇ ਇਸ ਕਰਕੇ ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦ ਦੀ ਤਾਂ ਤਪਸਵੀ ਸੀ, ਪਿਛਲੇ ਜਨਮ ਦੇ ਅਵਤਾਰੀ ਪੁਰਸ਼ ਸੀ। ਬਾਬੇ ਨਾਨਕ ਦੇ ਘਰ ਗਾਜ ਹੋਇਆ, ਜਿਹੜਾ ਵੀ ਵੇਂਦਾ ਨਿਹਾਲ ਹੋ ਜਾਂਦਾ ਹੈ। ਕਹਿੰਦੇ ਇਸਤਰੀਆਂ ਆਉਂਦੀਆਂ ਏ ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਮੁਖੜੇ ਮਮੋਲੇ ਵਰਗੀਆਂ ਅੱਖਾਂ, ਤਾਂ ਬੜਾ ਹੀ ਸੋਹਣਾ ਸਰੂਪ ਹੈ ਮਹਾਰਾਜ ਜੀ ਦਾ। ਕਹਿੰਦੇ ਹਰ ਕਿਸੇ ਦਾ ਦਿਲ ਕਰਦਾ ਕਿ ਬਾਬਾ ਸ਼੍ਰੀ ਚੰਦ ਨੂੰ ਚੁੱਕੀਏ, ਕਿਉਂਕਿ ਜਿਹੜੀ ਪਿਆਰੀ ਚੀਜ਼ ਹੋਵੇ ਨਾ, ਉਹਨੂੰ ਹਰ ਕੋਈ ਪਸੰਦ ਕਰਦਾ, ਉਹਨੂੰ ਹਰ ਕੋਈ। ਹੁਣ ਫੁੱਲ ਸੋਹਣੇ ਖਿੜੇ, ਹਰ ਕਿਸੇ ਦਾ ਜੀ ਕਰਦਾ ਮੈਂ ਫੋਟੋ ਖਿਚਾਵਾਂ। ਕਦੇ ਗੋਹੇ ਵਾਲੀ ਰੂੜੀ ਤੇ ਕਿਸੇ ਨੇ ਫੋਟੋ ਖਿਚਾਈ? ਇਹ ਇੱਕ ਉਦਾਹਰਨ ਹੈ। ਜਿੱਦਣ ਤੁਹਾਡਾ ਅੰਦਰ ਫੁੱਲ ਵਾਂਗੂ ਖਿੜ ਗਿਆ ਨਾ, ਦੁਨੀਆ ਤੁਹਾਨੂੰ ਲੱਭੂਗੀ। ਅਜੇ ਅੰਦਰ ਤੁਹਾਡੇ ਪ੍ਰੋਗਰਾਮ ਹੋਰ ਆ ਕੋਈ, ਤਾਈਓ ਤਾਂ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ। ਬਸ ਆਪਣੇ ਅੰਦਰ ਨੂੰ ਸਵਾਰ ਲਓ। ਬਾਣੀ ਕਹਿੰਦੀ ਆਪ ਸਵਾਰੇ। ਦੀਪ ਸਿੱਧੂ ਦੇ ਭੋਗ ਤੇ 5 ਲੱਖ ਬੰਦੇ ਦਾ ਇਕੱਠ ਸੀ, ਮੈਂ ਵੀ ਉੱਥੇ ਰੋਂਦੀ ਸੀ ਦੁਨੀਆ। ਕਿਉਂ? ਕਿਉਂਕਿ ਉਹਦਾ ਅੰਦਰ ਸਾਫ਼ ਸੀ, ਅੰਦਰੋਂ ਬੋਲਦਾ ਸੀ, ਉਹ ਅੰਦਰੋਂ ਪੰਜਾਬ ਲਈ ਰੋ ਰਿਹਾ ਸੀ। ਇਸ ਕਰਕੇ ਉਹਦੇ ਚ ਮਹਿਕ ਭਰ ਗਈ। ਤੇ ਜਿੱਥੇ ਫੁੱਲ ਉੱਥੇ ਹਰ ਕੋਈ ਜ਼ਰੂਰ ਰੁਕਦਾ। ਬੜੇ ਤੁਰੇ ਫਿਰਦੇ ਗਦਾਰੀਆਂ ਕਰਨ ਵਾਲੇ, ਵਿਕਣ ਵਾਲੇ, ਕਿਸੇ ਨੇ ਪੁੱਛਣਾ, ਕਿਸੇ ਨੇ ਮੁਕਾਣੇ ਨਹੀਂ ਜਾਣਾ। ਤੋ ਇਸ ਕਰਕੇ ਸਾਧ ਸੰਗਤ ਜੀ, ਜਿਨ੍ਹਾਂ ਦੇ ਅੰਦਰ ਸੱਚੀ ਫੁੱਲ ਵਾਂਗੂ ਖਿੜ ਜਾਂਦੇ ਹੈ, ਉਹਨਾਂ ਨੂੰ ਫਿਰ ਹਰ ਕੋਈ ਤੋੜਨਾ ਚਾਹੁੰਦਾ ਹੈ। ਫੁੱਲ ਦੇ ਪਾਸ ਜੋ ਆਏ ਕੰਡੇ ਉਹ ਮੇਰੇ, ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ ਹਮਦਰਦਾ ਫੁੱਲ ਉਸ ਨੂੰ ਮਿਲਿਆ ਜਿਸ ਨੇ ਯਾਰ ਕੰਡਿਆਂ ਤੋਂ ਭਾਵ ਦੁੱਖਾਂ ਤੋਂ ਬਿਨਾਂ ਬੰਦਾ ਗੁਰਦੁਆਰੇ ਵੀ ਨਹੀਂ ਆਉਂਦਾ ਜੀ। ਮੈਂ ਸੱਚ ਕਹਿੰਦਾ, ਆਪਾਂ ਨੂੰ ਕੋਈ ਨਾ ਕੋਈ ਠੋਕਰ ਵੱਜੀ ਤੇ ਬੈਠੇ ਆ, ਨਹੀਂ ਤੇ ਕੌਣ? ਸੁੱਖਾਂ ਦੇ ਵਿੱਚ ਕੋਈ ਬੰਦਾ ਨਹੀਂ ਮਾਰੇ ਕੋ ਬਹਿੰਦਾ, ਕੋਈ ਇੱਕ ਅੱਧਾ ਹੋਊ ਜਿਹੜਾ ਪਿਆਰ ਵਾਲਾ, ਨਹੀਂ ਤੇ ਆਪਾਂ ਸਾਰੇ ਲੋੜਾਂ ਦੇ ਮਾਰੇ ਹੈ। ਮਾਰੇ ਦੇ ਅੱਗੇ ਆਪਾਂ ਕੁਝ ਨਾ ਕੁਝ ਮੰਗ ਰੱਖੀ ਹੈ। ਕਹਿੰਦੇ ਬੇਬੇ ਨਾਨਕੀ ਨੇ ਫਿਰ ਸਾਰੇ ਸੁਲਤਾਨਪੁਰ ਨੂੰ ਖੁਸ਼ੀਆਂ ਵੰਡੀਆਂ। ਜਦੋਂ ਥੋੜਾ ਜਿਹਾ ਫ੍ਰੀ ਹੋਏ ਤੇ ਫਿਰ ਚੇਤਾ ਆਇਆ ਵੀ ਲੈ ਬੇਬੇ ਬਾਪੂ ਨੂੰ ਤਾਂ ਸੁਨੇਹਾ ਹੀ ਭੇਜਣਾ ਜੀ। ਉਦੋਂ ਮੋਬਾਇਲ ਨਹੀਂ ਸੀ ਨਾ ਹੈਗਾ, ਕਹਿੰਦਾ ਫੋਨ ਕਰ ਦੇਣਾ ਸੀ ਬੇਬੇ ਨੇ। ਵੈਸੇ ਫੋਨ ਦਾ ਸੁੱਖ ਵੀ ਬੜਾ ਤੇ ਨੁਕਸਾਨ ਵੀ ਬੜਾ ਜੀ। ਸੁੱਖ ਘੱਟ ਹੈ, ਨੁਕਸਾਨ ਜ਼ਿਆਦਾ ਹੋ ਗਿਆ। ਸੁੱਖ ਏਦਾਂ ਹੈ ਵੀ ਇਹਦੇ ਵਿੱਚ ਤੁਸੀਂ 70-80 ਗ੍ਰੰਥ ਰੱਖ ਸਕਦੇ ਤੇ ਜਿੱਥੇ ਮਰਜੀ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦੇ ਅਰਥ, ਪਰ ਉਧਰ ਨੂੰ ਜਾਂਦਾ ਕੋਈ ਨਹੀਂ। ਬਾਕੀ ਪ੍ਰੋਗਰਾਮ ਵਿੱਚ ਸਾਰਾ ਹੀ ਉਹਨੇ ਖਤਮ ਕਰ ਸੁੱਟਿਆ। ਮਾੜਾ ਜਿਹਾ ਦਬਕਾ ਮਾਰਿਆ ਨਹੀਂ ਕੀਤਾ, ਭਰਾਵਾਂ ਨੂੰ ਫੋਨ ਆ ਗਏ, ਉਹ ਵੀ ਗਾੜੀਆਂ ਕਲਪੇ, 2 ਚਪੇੜਾਂ ਵੱਜੀਆਂ ਤੇ ਰਿਸ਼ਤਾ ਖਤਮ। ਤੇ ਜੇ ਬੇਬੇ ਕੋਲ ਫੋਨ ਹੁੰਦਾ ਨਾ ਤੁਹਾਨੂੰ ਖੁਸ਼ ਕਰਨ ਲਈ, ਤੇ ਬੇਬੇ ਨੇ ਫੋਨ ਲਾਉਣਾ ਸੀ ਪਾਕਿਸਤਾਨ,
ਹੁਣ ਤੇ ਉਧਰ ਜਾਂਦੇ ਰੇਂਜ ਕੱਟ ਜਾਂਦੀ ਨਾ ਆਪਣੀ ਉਥੇ, ਤੇ ਇਸ ਕਰਕੇ ਉਦੋਂ ਬਾਰਡਰ ਨਹੀਂ, ਪਰ ਉਦੋਂ ਫੋਨ ਨਹੀਂ ਸੀ। ਇਸ ਕਰਕੇ ਬੇਬੇ ਨੇ ਫਿਰ ਚਿੱਠੀ ਲਿਖੀ, ਸੁਨੇਹਾ ਭੇਜਿਆ ਰਾਏ ਭੋਏ ਦੀ ਤਲਵੰਡੀ ਦਾਦੇ ਤੇ ਦਾਦੀ ਨੂੰ। ਆਖੋ ਸਤਿਨਾਮ। ਮੂਲ ਨਾਲੋਂ ਪਿਆਜ ਪਿਆਰਾ ਹੁੰਦਾ ਹੈ। ਸੁਨ ਕਰ ਪੋਤਰੇ ਜਨਮ ਕੀ ਹਰਖੇ ਹਿਰਦੇ ਅਪਾਰ। ਕਹਿੰਦੇ ਜਦੋਂ ਦਾਦੀ ਦਾਦੇ ਨੇ ਸੁਣਿਆ ਬਾਬੇ ਸ਼੍ਰੀ ਚੰਦ ਦਾ ਆਉਣਾ, ਪੋਤਰਾ ਤੇ ਵੈਸੇ ਵੀ ਕਾਲਾ ਪੀਲਾ ਹੋਵੇ, ਨੰਗ ਤੜੰਗਾ, ਤਾਂ ਖੁਸ਼ੀ ਹੁੰਦੀ। ਜਿਹਦੇ ਘਰ ਅਵਤਾਰੀ ਪੋਤਰਾ ਆਇਆ ਹੋਵੇ, ਬ੍ਰਹਮ ਗਿਆਨੀ ਪੋਤਰਾ ਆਇਆ ਹੋਵੇ, ਸਤੋ ਗੁਣੀ ਸਰੂਪ ਪੋਤਰਾ ਆਇਆ ਹੋਵੇ, ਤਾਂ ਕਹਿੰਦੇ ਉਹਨਾਂ ਦਾ ਘਰ ਖਿੜ ਗਿਆ। ਸਵਈਆ ਗਨ ਭੋਰ ਸਿੱਖੀ ਅਰਬੰਦ ਮਿਕੇ ਰਵਦਾਰਤ ਜਿਉ ਕਰ ਪਾਰਸ ਪਾਈ। ਹੁਣ ਕਵੀ ਜੀ ਕਹਿੰਦੇ ਦੱਸੀਏ ਕਿੱਦਾਂ ਤੁਹਾਨੂੰ ਵੀ ਕਿੰਨੀ ਕੁ ਖੁਸ਼ੀ ਹੋਈ ਮਾਤਾ ਤ੍ਰਿਪਤਾ ਤੇ ਬਾਪੂ ਮਹਿਤਾ ਕਾਲੂ ਨੂੰ। ਕਹਿੰਦੇ ਜਿੱਦਾਂ ਬੱਦਲ ਦੇ ਵਿੱਚ ਮੋਰ ਨੂੰ, ਤੇ ਜਿੱਦਾਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਤੇ ਗਰੀਬ ਬੰਦੇ ਨੂੰ ਪਾਰਸ ਮਿਲ ਜਾਵੇ, ਇਸ ਤਰ੍ਹਾਂ ਉਦਾਹਰਨ ਦਿੱਤੀ। ਮੋਰ ਬੱਦਲ ਨੂੰ, ਕਮਲ ਸੂਰਜ ਨੂੰ, ਤੇ ਗਰੀਬ ਬੰਦੇ ਨੂੰ ਕੋਈ ਖਜ਼ਾਨਾ ਲੱਭ ਜਾਵੇ। ਭੁੱਖੇ ਕੋ ਭੋਜਨ ਤੋਏ ਤਿਖੰਤ ਕੋ ਸਾਧਕ ਸਾਧਨ ਜਿਉ ਫਲ ਪਾਏ। ਕਹਿੰਦੇ ਭੁੱਖੇ ਨੂੰ ਪ੍ਰਸ਼ਾਦਾ ਮਿਲ ਜੇ, ਠੰਡ ਪੈ ਜਾਂਦੀ। ਮੈਂ ਯੂਕਰੇਨ ਦੀ ਵੀਡੀਓ ਵੇਖ ਰਿਹਾ ਸੀ, ਇੱਕ ਬੱਚਾ ਨਾ ਘਾਹ ਖਾ ਰਿਹਾ, ਇੰਨਾ ਸੋਹਣਾ ਸੁਨੱਖਾ ਗੋਰਾ ਚਿੱਟਾ, ਕਿੰਨੀ ਕੁ ਭੁੱਖ ਲੱਗੀ ਤਾਂ ਘਾਹ ਖਾਣ ਦਿਆ। ਮੈਂ ਕਿਹਾ ਵਾਹ ਓਏ ਬਾਬਾ, ਇਹ ਲੋਕੀ ਤੇਰੀ ਬਾਣੀ ਨੂੰ ਨਾ ਸੁਣਦੇ ਹੀ ਹੈ, ਨਾ ਪੜ੍ਹਦੇ ਹੀ ਹੈ, ਤੇ ਨਾ ਮੰਨਦੇ ਹੀ ਹੈ। ਪਰ ਜਿਹੜੇ ਪੜ੍ਹਦੀਆਂ ਮੇਰੀਆਂ ਭੈਣਾਂ ਵੀਰ, ਉਹਨਾਂ ਨੇ ਜ਼ਰੂਰ ਪੜ੍ਹਿਆ ਹੋਊ ਆਸਾ ਦੀ ਵਾਰ 'ਚ ਸੁਲਤਾਨਾ ਘਾਓ ਕਰਾਏ ਦਾ ਦਰ ਮੰਗਣ। ਜਦੋਂ ਬੱਚਾ ਘਾਹ ਖਾ ਰਿਹਾ ਸੀ ਤਾਂ ਮੇਰੇ ਅੰਦਰ ਇਹ ਪੰਕਤੀ ਜਾਗੀ ਵੀ ਆਸਾ ਦੀ ਵਾਰ 'ਚ ਗੁਰੂ ਸਾਹਿਬ ਕਹਿੰਦੇ ਕੋਈ ਪਤਾ ਨਹੀਂ ਵਕਤ ਕਿੱਦਾਂ ਦਾ ਆਉਣਾ ਏ, ਬੜੇ ਬੜੇ ਰਾਜਿਆਂ ਨੂੰ ਵੀ ਘਾਹ ਖਾਣਾ ਪੈ ਜਾਂਦਾ। ਆਹ ਘਾਹ ਹੀ ਹੈ, ਫਿਰ ਇਹ ਸਾਹਮਣੇ ਹੀ ਹੈ। ਗੁਰਬਾਣੀ ਆਦ ਸੱਚ ਜੁਗਾਦ ਸੱਚ। ਐਵੇਂ ਨਾ ਸਮਝਿਓ ਵੀ ਟਾਈਮ ਖਰਾਬ ਹੁੰਦਾ ਇੱਥੇ। ਜਗ ਦੀ ਜੋਤ ਹੈ ਸਤਿਗੁਰੂ, ਇਹਦੇ ਕਰ ਘਾਟਾ ਕੋਈ ਨਹੀਂ, ਪਰ ਤੁਹਾਡੀ ਸ਼ਰਧਾ ਪੂਰੀ ਹੋਵੇ। ਤੋ ਇਸ ਕਰਕੇ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਨੂੰ ਪੋਤਰੇ ਦੀ ਇਤਨੀ ਖੁਸ਼ੀ ਹੋਈ ਜਿਵੇਂ ਬੱਦਲ ਨੂੰ ਮੋਰ ਦੀ, ਕਮਲ ਨੂੰ ਸੂਰਜ ਦੀ, ਗਰੀਬ ਨੂੰ ਖਜ਼ਾਨੇ ਦੀ, ਭੁੱਖੇ ਨੂੰ ਪ੍ਰਸ਼ਾਦੇ ਦੀ, ਪਿਆਸੇ ਨੂੰ ਤੇ ਸਾਧੂ ਨੂੰ ਬੰਦਗੀ ਦੀ। ਰਿਪਦੇਸ਼ ਲੈ ਰਿਪ ਜਾਤ ਕਿਸਮਤ ਚਕੋਰ ਮੈਂ ਅੰਕਤ ਜਿਉ ਹਲਸਾਈ। ਕਹਿੰਦੇ ਜਿੱਦਾਂ ਰਾਜਾ ਵੈਰੀ ਦਾ ਦੇਸ਼ ਲੈ ਕੇ ਜਿੱਤ ਦੀ ਖੁਸ਼ੀ ਮਨਾਉਂਦਾ, ਤੇ ਪਪੀਹੇ ਨੂੰ ਸਵੰਤੀ ਬੂੰਦ, ਤੇ ਚਕੋਰ ਨੂੰ ਜਦੋਂ ਪੂਰਨਮਾਸੀ ਦੀ ਰਾਤ ਨੂੰ ਚੰਦਰਮਾ ਦਿਸਦਾ ਨਾ ਪੂਰਾ ਗੋਲ, ਠੰਡ ਪੈ ਜਾਂਦੀ ਹੈ। ਪੁੱਤਰ ਹੈ ਕੇ ਜਨਮਿਓ ਸੁਨ ਕੈ ਮਨ ਸ੍ਰੀ ਗੁਰਮਾਤ ਪਿਤਾ ਹਰਿ ਕਾਏ। ਕਿੰਨੇ ਬਹੁਤ ਹੀ ਖੁਸ਼ੀ ਹੋਈ ਹੈ ਸਾਧ ਸੰਗਤ ਜੀ। ਘਰ 'ਚ ਪੋਤੀ ਪੋਤਰਾ ਹੋਏ ਨਾ, ਧੀਆਂ ਨੂੰ ਵੱਧ ਪਿਆਰ ਕਰੋ, ਮੁੰਡੇ ਦੇ ਲੱਡੂ ਨਾ ਵੰਡਿਆ ਕਰੋ। ਮੇਰੀ ਸੋਚ ਹੈ, ਮੁੰਡੇ ਦੀ ਨਹੀਂ ਧੀ ਹੋਵੇ ਤਾਂ ਭੰਗੜਾ ਪਾਇਆ ਕਰੋ। ਇੱਕ ਕਹਿੰਦਾ ਬਾਬਾ ਕਿਉਂ? ਮੈਂ ਕਿਹਾ ਤੁਸੀਂ ਥੋੜ੍ਹੀ ਦ੍ਰਿਸ਼ਟੀ ਨਾਲ ਵੇਖਦੇ, ਮੈਂ ਵੱਡੀ ਨਾ। ਕਹਿੰਦੇ ਉਹ ਕਿਵੇਂ? ਮੈਂ ਕਿਹਾ ਤੁਸੀਂ ਇੰਨਾ ਕੁ ਵੇਖਦੇ ਬਸ ਦੋ ਕਦਮ ਤੁਹਾਡਾ ਪੋਤਰਾ ਏ, ਪਰ ਜਿਹੜੀ ਪੋਤਰੀ ਹੁੰਦੀ ਉਹਨੂੰ 50 ਕਦਮ ਵੇਖੋ ਵੀ ਭਲਕੇ ਜਦੋਂ ਮੰਜੀ ਤੇ ਪਏ ਤੇ ਇਹਨੇ ਤੇ ਨਹੀਂ ਲਾਗੇ ਆਉਣਾ। ਉਦੋਂ ਤੁਹਾਡੀ ਪੋਤਰੀ, ਤੁਹਾਡੀ ਬੱਚੀ ਨੇ ਤੁਹਾਨੂੰ ਸਾਂਭਣਾ ਏ। ਅੱਜ ਵੀ 85% ਮਾਂ ਪਿਓ ਧੀਆਂ ਗੰਦਗੀ ਧੋਂਦੀਆਂ, ਜਾਂ ਫਿਰ ਚੰਗਾ ਪਰਿਵਾਰ, ਉਹ ਨੌਹਾਂ ਜਿਹੜੀਆਂ ਜਿਨ੍ਹਾਂ ਦੇ ਕੋਲ ਗੁਰਮਤ ਆ ਉਹ ਸੇਵਾ ਕਰਨਗੇ, ਜੁੜੇ ਹੋਏ, ਜਿਨ੍ਹਾਂ ਕਥਾ ਸੁਣੀ ਕੀਰਤਨ, ਤੇ ਫਰਕ ਪੈਂਦਾ ਬੰਦੇ ਦੇ ਜੀਵਨ 'ਚ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਬਹੁਤ ਵੱਡੀ ਖੁਸ਼ੀ ਜਿਹੜੀ ਹੈ ਰਾਏ ਭੋਏ ਦੀ ਤਲਵੰਡੀ 'ਚ ਫੈਲ ਗਈ। ਓਟ ਪਸੰਦ ਚਲ ਆਵਤ ਵੇ ਸੁਲਤਾਨਪੁਰੇ ਸ੍ਰੀ ਸੁਨ ਸ੍ਰੀ ਗੁਰ ਪਾਇਨ ਧਾਏ ਬਰੇ। ਕਹਿੰਦੇ ਖਬਰ ਮਿਲਦਿਆਂ ਹੀ ਮਹਿਤਾ ਜੀ ਕਲਿਆਣ ਤੇ ਮਾਂ ਤ੍ਰਿਪਤਾ ਜੀ ਨੇ ਉਚਾਲੇ ਪਾ ਦਿੱਤੇ, ਸੁਲਤਾਨਪੁਰ ਪਹੁੰਚ ਗਏ, ਆ ਕੇ ਇੱਥੇ ਚਰਨ ਪਾਏ। ਕਹਿੰਦੇ ਦਾਦੀ ਨੇ ਆਉਂਦਿਆਂ ਹੀ ਕੋਈ ਜਲ ਨਹੀਂ ਛਕਿਆ, ਕੋਈ ਪਾਣੀ ਨਹੀਂ ਛਕਿਆ, ਕਿਸੇ ਚੀਜ਼ ਨੂੰ ਨਹੀਂ, ਬਸ ਬਾਬੇ ਸ਼੍ਰੀ ਚੰਦ ਨੂੰ ਲਾਡ ਕੀਤਾ।
ਆਨੰਦ ਆ ਗਿਆ, ਖਿੜ ਗਿਆ ਅੰਦਰ। ਇਕ ਬੋਤਰੈ ਟੁੰਡ ਕੁਸ਼ੇਸ਼ ਸਾਧਨ ਦੀਨਨ ਦੀਨ ਨਰੇਸ਼ ਸਾ। ਕਹਿੰਦੇ ਮਹਿਤਾ ਕਲਿਆਣਦਾਸ ਪਟਵਾਰੀ ਹੈ, ਜਦੋਂ ਪੋਤਰੇ ਦਾ ਮੁਖੜਾ ਵੇਖਿਆ ਇੰਨੀ ਖੁਸ਼ੀ ਚੜ ਗਈ, ਜਿੰਨੀ ਵੀ ਧਨ ਕੋਲੇ ਲਿਆਏ ਸੀ ਗਰੀਬਾਂ 'ਚ ਵੰਡ ਦਿੱਤਾ। ਮਿਲ ਤੋਖ ਤੇ ਖਾਤਰ ਕੀ ਜਨ ਮੇਲ ਮਿਲਾ ਸੁਖ ਸੋ ਹਰਿ ਕੀ। ਕਹਿੰਦੇ ਝੋਲੀਆਂ ਭਰ ਭਰ ਕੇ, ਤੁਸੀਂ ਵੀ ਝੋਲੀ ਕਰ ਲਓ ਭਾਊ ਜਿਹੜੇ ਬੈਠੇ ਜੇ। ਸਮਾਂ ਸੰਪੂਰਨ ਬਾਬਾ ਸ਼੍ਰੀ ਚੰਦ ਜੀ ਦੀ ਕਥਾ ਹੈ, ਕੋਈ ਆਮ ਨਹੀਂ ਜੇ। ਅੱਜ ਵੀ ਹਾਜ਼ਰ ਬੈਠੇ ਹੈ ਬਾਬਾ ਸ਼੍ਰੀ ਚੰਦ ਜੀ ਅੱਗੇ ਝੋਲੀ ਕਰਨੀ ਕਿ ਅੱਜ ਮਹਾਰਾਜ ਸਾਡੀ ਵੀ ਭਰਦੀ, ਜੋ ਵੀ ਚਾਹੀਦਾ ਤੁਹਾਨੂੰ ਆਪਦਾ ਮੰਗ ਲਿਓ ਹੁਣ। ਤੋ ਹਾਂਜੀ ਦੋਹਰਾ ਕਾਲੂ ਵਦਨ ਵਿਲੋਕ ਸੁਤ ਸਰਸ ਸਰਬ ਸਮਾ। ਕਹਿੰਦੇ ਬੜਾ ਆਨੰਦ ਆਇਆ ਪਟਵਾਰੀ ਸਾਹਿਬ ਜੀ, ਬੜੇ ਖੁਸ਼ ਹੋਏ। ਵੈਸੇ ਗੁੱਸੇ 'ਚ ਰਹਿੰਦੇ ਸੀ ਜ਼ਿਆਦਾ, ਬਾਬੇ ਨਾਨਕ ਦੇ ਤਾਂ ਲੜਦੇ ਹੀ ਰਹੇ। ਪਰ ਅੱਜ ਕਹਿੰਦੇ ਬਾਬਾ ਸ਼੍ਰੀ ਚੰਦ ਦਾ ਚਿਹਰਾ ਵੇਖ ਕੇ, ਕੁਝ ਰੂਹਾਂ ਏਦਾਂ ਦੀਆਂ ਹੁੰਦੀਆਂ ਸੰਗਤੇ, ਉਹਨਾਂ ਦੇ ਚਿਹਰੇ ਨੂੰ ਵੇਖ ਕੇ ਸਕੂਨ ਮਿਲ ਜਾਂਦਾ, ਤੇ ਕਈਆਂ ਦਾ ਚਿਹਰਾ ਹੀ ਏਦਾਂ ਦਾ ਹੁੰਦਾ ਵੇਖ ਕੇ ਬੇੜਾ ਗਰਕ ਹੋ ਜਾਂਦਾ। ਚੰਗਾ ਭਲਾ ਕੰਮ ਤੋਂ ਬੰਦਾ ਖੁਸ਼ ਆਵੇ ਤੇ ਚਿਹਰਾ ਏਦਾਂ ਦਾ ਮਿਲ ਜੇ, ਜਿਹਨੂੰ ਬਾਣੀ ਕਹਿੰਦੀ ਸਾਖਤ। ਬਾਬੇ ਕਬੀਰ ਨੇ ਤਾਂ ਲਿਖਿਆ, ਸਾਖਤ ਸੰਗ ਨਾ ਕੀਜੀਏ ਦੂਰ ਹੈ। ਜਦੋਂ ਕਹਿੰਦੇ ਟੁੱਟਿਆ ਹੋਇਆ ਤੁਰਿਆ ਆਉਂਦਾ ਹੋਵੇ ਤੇ ਰਾਹ ਬਦਲ ਦੇ, ਤੇਰਾ ਰਸ ਖਰਾਬ ਕਰੂ। ਰੱਬ ਦਾ ਪਿਆਰਾ ਆਉਂਦਾ ਹੋਵੇ ਤੇ ਰਾਹ ਦੂਜਾ ਛੱਡ ਕੇ ਉਹਨੂੰ ਮਿਲੀ। ਬਾਣੀ ਕਹਿੰਦੀ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀਐ। ਜਦੋਂ ਕੋਈ ਮਿਲ ਜੇ ਉਹੋ ਜਿਹਾ ਫਿਰ ਗੁਪਤ ਹੋ ਜੋ, ਲੁੱਟ ਕੇ ਲੈ ਜਾਏਗਾ ਤੁਹਾਡਾ ਨਿਤਨੇਮ, ਤੁਹਾਡੀ ਕਥਾ ਸੁਣੀ ਸੇਵਾ। ਹਰਿ ਕੋ ਗੁਰ ਮੈਂ ਤਰਿਓ ਬਨੇ ਚਲਾਇਓ ਕਾਜ। ਕਹਿੰਦੇ ਨਾਲੇ ਬਾਬੇ ਸ਼੍ਰੀ ਚੰਦ ਨੂੰ ਏਦਾਂ ਲੋਰੀਆਂ ਦਿੰਦੇ, ਤੇ ਨਾਲੇ ਬਾਬੇ ਨਾਨਕ ਨੂੰ ਵੀ ਕਹਿੰਦੇ ਵਾਹ ਪੁੱਤ ਕਮਾਈ ਕੀਤੀ, ਮੇਰਾ ਪੁੱਤ ਸਿਆਣਾ ਹੋ ਗਿਆ। ਮਦ ਤੇ ਅਧਿਕ ਕਮਾਏ ਕਰ ਸਰਬ ਪਦਾਰਥ ਕੀਨਾ। ਕਹਿੰਦੇ ਮੇਰੇ ਪੁੱਤਰ ਨਾਨਕ ਨੇ ਮੇਰੇ ਤੋਂ ਵੀ ਵੱਧ ਨਾਂ ਬਣਾਇਆ। ਕਹਿੰਦੇ ਇੰਨਾ ਤਾਂ ਮੇਰੇ ਜੰਮੇ ਤੇ ਇਕੱਠ ਨਹੀਂ ਸੀ ਹੋਇਆ ਜਿੰਨਾ ਅੱਜ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਦੇ ਉੱਤੇ ਹੋਇਆ ਹੈ। ਇਸ ਕਰਕੇ ਵੱਡੇ ਦੀਆਂ ਵੱਡੀਆਂ ਵਡਿਆਈਆਂ। ਕਿਉਂਕਿ ਇੰਨੀ ਲੰਮੀ ਲਾਈਨ ਲੱਗੀ ਹੋਵੇਗੀ ਕਿ ਜਦੋਂ ਆਏ ਸੀ ਪਾਕਿਸਤਾਨ ਵੱਲੋਂ ਰਾਏ ਭੋਏ ਤੋਂ, ਤੇ ਜਿਹੜਾ ਵੀ ਰਾਹ 'ਚ ਮਿਲਦਾ ਸੀ ਮੰਗਤਾ ਕੋਈ ਆਉਂਦਾ ਜਾਂਦਾ, ਉਹਦੇ ਮੂੰਹ 'ਚ ਇੱਕੋ ਸ਼ਬਦ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਪਿਓ ਨੂੰ ਜਦੋਂ ਬੱਚੇ ਕਮਾਈ ਕਰਨ, ਮਾਂ ਪਿਓ ਦਾ ਅੰਦਰ ਖੁਸ਼ ਹੁੰਦਾ। ਤੋ ਇਸ ਕਰਕੇ ਜਿਨ੍ਹਾਂ ਦੇ ਮਾੜੇ ਪਾਸੇ ਪੈ ਗਏ, ਮਾਂ ਪਿਓ ਦੁਖੀ ਹੁੰਦਾ। ਇੱਕ ਮਾਂ ਆਈ ਰੁਮਾਲਾ ਲੈ ਕੇ, ਬਾਬਾ ਜੀ ਬੱਚੇ ਦੇ ਪੈਸੇ ਆਏ, ਵਧਾਈ, ਇਹ ਤੰਦਰੁਸਤੀ। ਮਗਰੇ ਇੱਕ ਆ ਗਈ, ਕਹਿੰਦੀ ਬਾਬਾ ਅਰਦਾਸ ਕਰ ਮੇਰਾ ਮਰ ਜੇ। ਹੁਣ ਮਾਵਾਂ ਦੋਵੇਂ ਹੀ ਐ, ਉਹ ਕਿਉਂ ਕਹਿ ਰਹੀ? ਮੈਂ ਕਿਹਾ ਮਾਤਾ ਤੂੰ ਦੁਖੀ ਕਿਉਂ? ਕਹਿੰਦੇ ਬਾਲੇ ਵੀ ਵੇਚਤੇ, ਕੁੜੀਆਂ ਦੇ ਕੋਲ ਮਿਲਣ ਗਿਆ ਤੇ ਉਹਨਾਂ ਦਾ ਸੋਨਾ ਚੱਕ ਲਿਆ ਆਈ, ਮੈਂ ਦੁਖੀ ਇਹਦੇ ਤੋਂ। ਫਿਰ ਗੱਲ ਆ ਗਈ ਨਾ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਨੇਕ ਬੱਚੇ ਕਮਾਈ ਕਰਦੇ, ਮਾਂ ਪਿਓ ਯਾਰੇ ਤੁਸੀਂ ਰੋਜ਼ ਕਥਾ ਹੁਣ ਬੈਠੇ ਜੇ, ਤੇ ਅੱਜ ਗੁਰੂ ਨਾਨਕ ਵੀ ਖੁਸ਼ ਹੈ, ਕਿਉਂਕਿ ਮਾਰੇ ਸਾਡਾ ਅਸਲੀ ਬਾਪੂ ਹੈ। ਉਹਨੇ ਆਖਿਆ ਸੀ ਧਰਤੀ ਤੇ ਜਾ ਕੇ ਤੇ ਪਾਠ ਕਰਿਓ, ਸੰਗਤ ਵਿੱਚ ਜਾ ਕੇ ਵਿਓ। ਅੱਜ ਮਹਾਰਾਜ ਵੀ ਬੜੇ ਖੁਸ਼ ਨੇ, ਕਿਉਂਕਿ ਮਹਾਰਾਜ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਣ। ਜਿਹੜਾ ਸੰਗਤ ਵਿੱਚ ਬਹਿੰਦਾ ਮੈਨੂੰ ਬੜਾ ਸੋਹਣਾ ਲੱਗਦਾ। ਮਹਾਰਾਜ ਕਹਿੰਦੇ ਕਹਿੰਦੇ ਕਿੰਨੇ ਦਿਨ ਸੁਲਤਾਨਪੁਰ ਰਹੇ ਦਾਦੀ ਦਾਦਾ, ਤੇ ਫਿਰ ਪ੍ਰੇਮ ਦੇ ਨਾਲ ਚਲੇ ਗਏ। ਇੱਕ ਸਾਲ ਪਇਓ ਸੁਤ ਕੇ ਜਨਮੇ ਮੁਖ ਹੇਰਤ ਮਾਤ ਖੁਸ਼ੀ ਮਨ ਮੈਂ। ਕਹਿੰਦੇ 1 ਸਾਲ ਉਮਰ ਹੋ ਗਈ। ਬਾਬਾ ਸ਼੍ਰੀ ਚੰਦ ਜੀ ਬੜੇ ਸੁੰਦਰ ਸਰੂਪ ਵਾਲੇ ਨੇ, ਜਿਹੜਾ ਵੀ ਵੇਂਦਾ ਉਹਦੇ ਦੁੱਖ ਦੂਰ ਹੋ ਜਾਂਦੇ। ਭਗਤੀ ਮਨ ਕੀ ਸਭ ਜਾਨ ਹਿਰਦੇ ਮੁਖ ਨਾਨਕ ਮੈਂ ਨ ਬਨੇ ਸੁਖ ਦੇ। ਔਰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਿਨ ਆਪਣੀ ਭੈਣ ਨੂੰ ਬੁਲਾਇਆ, ਬੇਬੇ ਨੂੰ, ਤੇ ਆਪਣੇ ਕੋਲ ਆ ਕੇ ਕਹਿੰਦੇ ਬੇਬੇ ਅੱਜ ਤੇਰੇ ਨਾਲ ਕੋਈ ਬਚਨ ਕਰਨੇ ਹਨ। ਇੱਕ ਵਾਰ ਕਲੇਪਤ ਪਾਰ ਕਰੋ ਤੁਮੇ ਆਨ ਵਿਚਾਰ ਕਛੂ ਨ ਕਰੋ। ਕਹਿਣ ਲੱਗੇ ਅੱਜ ਤੋਂ ਬਾਅਦ ਬੇਬੇ ਬਾਬੇ ਸ਼੍ਰੀ ਚੰਦ ਦੀ ਸੇਵਾ ਤੁਹਾਡੇ ਲੇਖੇ, ਇਹਨੂੰ ਤੁਸੀਂ ਪਾਲਣਾ ਹੈ, ਤੁਹਾਡੀ ਡਿਊਟੀ, ਕਿਉਂਕਿ ਉਹਦੀਆਂ ਰਮਜਾਂ ਉਹ ਹੀ ਜਾਣਦਾ। ਕਿਉਂਕਿ ਬੇਬੇ ਵੀ ਆਮਣੀ, ਗੁਰੂ ਨਾਨਕ ਵੀ ਆਮਣੀ, ਤੇ ਬਾਬਾ ਸ਼੍ਰੀ ਚੰਦ ਵੀ ਆਮਣੀ ਹੈ। ਪੂਰਬ ਜਨਮ ਕੇ ਮਿਲੇ
ਸੰਜੋਗੀ ਕਹਿੰਦੇ ਇਸ ਤੁਹਾਡੀ ਸੇਵਾ ਏ, ਹੁਣ ਇਹ ਮਾਂ ਦੇ ਝੋਲੀ 'ਚ ਬਹਿਣ ਜੋਗਾ ਹੋ ਗਿਆ। ਤੋ ਇਸ ਕਰਕੇ ਹੁਣ ਅੱਜ ਤੋਂ ਬਾਅਦ ਸੇਵਾ ਜਿਹੜੀ ਤੁਹਾਡੀ ਜ਼ਿਆਦੀ ਹੈ ਇਸ ਬੱਚੇ ਨੂੰ ਸੰਭਾਲਣ ਦੀ। ਸੁਣ ਕੈ ਹਰਿ ਕੀ ਸਰਸੀਰ ਮੈਂ ਬਵਰੰਕ ਮੰਦਾਰ ਪਇਓ ਕਰ ਮੈਂ। ਕਹਿੰਦੇ ਬੇਬੇ ਜੀ ਬੜੇ ਪ੍ਰਸੰਨ ਹੋਏ, ਜਿੱਦਾਂ ਇੱਕ ਗਰੀਬ ਦੇ ਘਰ ਕਲਪ ਬ੍ਰਿਸ਼ ਰੁੱਖ ਆ ਗਿਆ ਹੋਵੇ ਨਾ, ਜਦੋਂ ਝੋਲੀ 'ਚ ਪਾਇਆ ਬੇਬੇ ਨਾਨਕੀ ਦੇ ਬਾਬੇ ਸ਼੍ਰੀ ਚੰਦ ਜੀ ਨੂੰ, ਇਹ ਬੇਬੇ ਦਾ ਘਰ ਏਦਾਂ ਭਰ ਗਿਆ ਜਿਵੇਂ ਦਰਖਤ ਬ੍ਰਿਸ਼, ਸਵਰਗ ਦਾ ਬ੍ਰਿਸ਼ ਹੈ ਕਲਪ ਬ੍ਰਿਸ਼, ਦੇਵਤਿਆਂ ਨੇ ਮੰਨਿਆ। ਕਹਿੰਦੇ ਅੱਜ ਬੇਬੇ ਨੂੰ ਏਦਾਂ ਲੱਗਾ ਮੇਰੇ ਘਰ ਉਹ ਫਲ ਉਹ ਬ੍ਰਿਸ਼ ਆ ਗਿਆ ਜਿਹਦੇ ਨਾਲ ਰਿਧੀਆਂ ਸਿੱਧੀਆਂ, ਜਿਹਦੇ ਕੋਲ ਅਜਮਤਾਂ ਕਰਾਮਾਤਾਂ ਤੇ ਹੈਗੀਆਂ ਵੀ ਸੀ, ਐਵੇਂ ਨਹੀਂ ਸੀ ਮਹਾਂਪੁਰਖ। ਇਸ ਕਰਕੇ ਮੁਖ ਕੰਜ ਬਿਲੋਕਤ ਲਾਲਤ ਹੈ, ਤਨੇਹ ਤੇਰੇ ਪ੍ਰਤਪਾਲਤ ਹੈ। ਤੇ ਬੇਬੇ ਨਾਨਕੀ ਦਿਨੇ ਰਾਤ ਕਦੇ ਖਿਡਾਉਂਦੀ, ਕਦੇ ਉਹਨਾਂ ਨੂੰ ਤੋਰਨਾ ਕਰਦੀ, ਕਦੇ ਮੋਢਿਆਂ ਤੇ ਚੁੱਕ ਲੈਂਦੇ। ਇਹ ਤਾਂ ਅਵਤਾਰੀ ਪੁਰਖਾਂ ਦੇ ਨਾਲ ਪਿਆਰ ਹੈ। ਦੋਰਾ ਸ੍ਰੀ ਚੰਦ ਤਰ ਨਾਮ ਤੇ ਪਾਇਓ ਸ਼ੰਗ ਪਤੀਜ। ਔਰ ਕਹਿੰਦੇ ਹਨ ਕਿ ਬੜਾ ਸੁੰਦਰ ਨਾਮ ਰੱਖਿਆ ਬੇਬੇ ਨੇ ਰੱਖਿਆ, ਕਹਿੰਦੇ ਸ਼੍ਰੀ ਚੰਦ ਨਾਮ ਜਿਹੜਾ, ਆਖੋ ਸਤਨਾਮ। ਇਹ ਨਾਮ ਬੇਬੇ ਨਾਨਕੀ ਜੀ ਨੇ ਰੱਖਿਆ ਹੈ ਸ਼੍ਰੀ ਚੰਦ। ਸ਼੍ਰੀ ਕਹਿੰਦੇ ਸ਼੍ਰੇਸ਼ਟ ਨੂੰ, ਚੰਦ ਕਹਿੰਦੇ ਚੰਦਰਮਾ ਨੂੰ। ਕਹਿੰਦੇ ਇੰਨਾ ਸੋਹਣਾ ਚੰਦਰਮਾ 'ਚ ਵੀ ਦਾਗ ਹੈ, ਬਾਬੇ ਸ਼੍ਰੀ ਚੰਦ ਦੇ ਸਰੂਪ 'ਚ ਦਾਗ ਕੋਈ ਨਹੀਂ ਹੈ। ਸ਼੍ਰੀ ਚੰਦ, ਹਾਂਜੀ। ਉਰੇ ਆਨੰਦ ਬਹੁ ਨਾਨਕੀ ਸੋਦਰ ਲਕਿਓ ਪਰਸੀਜ। ਕਹਿੰਦੇ ਫਿਰ ਰਹਿਮਤਾਂ ਭਰ ਗਈਆਂ, ਆਨੰਦ ਵਰਤ ਗਿਆ। ਇਸ ਕਰਕੇ 26ਵਾਂ ਅਧਿਆਏ ਅੱਜ ਸੰਪੂਰਨ ਹੋਇਆ। ਕੱਲ ਨੂੰ ਮਨ ਸੁਖ ਤੇ ਭਾਈ ਭਗੀਰਥ ਮਲਸੀਆਂ ਵਾਲਾ ਬਾਬੇ ਨਾਨਕ ਦੀ ਬੇਰੀ ਬੇਰ ਸਾਹਿਬ ਇਹ ਇਤਿਹਾਸ ਆਰੰਭ ਹੋ ਜਾਣਾ ਹੈ। ਬਹੁਤ ਵੱਡੀ ਰਹਿਮਤ ਹੈ ਸੰਗਤੇ, ਸਮਾਂ ਕੱਢ ਕੇ ਆਇਆ ਕਰੋ। ਬਾਬਾ ਸ਼੍ਰੀ ਚੰਦ ਜੀ ਅੱਜ ਝੋਲੀਆਂ ਭਰਨੀਆਂ, ਤੁਸੀਂ ਵੀ ਭਰਾ ਲਿਓ। ਕਹਿੰਦੇ ਜਦੋਂ ਬਾਬਾ ਜੀ 7-6 ਵਰਿਆਂ ਦੇ ਹੋਏ ਤੇ ਇੱਕ ਜੋਗੀ ਆਇਆ, ਜੋਗੀ ਨੇ ਆ ਕੇ ਅਲਖ ਜਗਾਈ, ਕਹਿੰਦਾ ਬਖਸ਼ਾਮ ਦੇਹੀ। ਤੇ ਮਾਤਾ ਜੀ ਕੰਮ 'ਚ ਲੱਗੇ ਸੀ ਤੇ ਬਾਬਾ ਸ਼੍ਰੀ ਚੰਦ ਵਿਹੜੇ 'ਚ ਖੇਡਣ ਦੇ ਸੀ ਨੰਗ ਭੜੰਗੇ। ਤੇ ਉਹ ਜੋਗੀ ਨੇ ਆਖਿਆ, ਕਹਿੰਦੇ ਕੋਈ ਹੈ ਬਖਸ਼ਾਮ ਦੇਹੀ। ਬਾਬਾ ਸ਼੍ਰੀ ਚੰਦ ਜੀ ਅੰਦਰ ਗਏ, ਛੋਲਿਆਂ ਵਾਲੀ ਬੋਰੀ ਪਈ ਸੀ। ਬਾਬੇ ਸ਼੍ਰੀ ਚੰਦ ਨੇ ਮੁੱਠ ਭਰੀ। ਪ੍ਰਗਟ ਕਿੱਦਾਂ ਹੋਏ? ਜਦੋਂ ਛੋਲਿਆਂ ਦੀ ਮੁੱਠ ਭਰੀ ਨਾ, ਹੁਣ ਗੁਰਬਾਣੀ ਕਹਿੰਦੀ ਹੈ ਕੱਚੋ ਕੰਚਨ ਭਇਓ ਸ਼ਬਦ ਗੁਰ ਗੁਰੂ ਪੈਗੰਬਰੀ ਮਹਾਂਪੁਰਖਾਂ ਦੇ ਹੱਥਾਂ 'ਚ ਬਰਕਤ ਹੈ, ਹੱਥਾਂ 'ਚ ਬਰਕਤ ਹੈ, ਹੱਥਾਂ 'ਚ। ਉਹ ਮੁੱਠ ਬੰਦ ਕਰਕੇ ਜੋਗੀ ਨੂੰ ਕਹਿੰਦੇ ਝੋਲੀ ਕਰ। ਜੋਗੀ ਹੱਸ ਪਿਆ, ਕਹਿੰਦੇ ਛੋਟੇ ਜੇ ਕੀ ਲੈ ਕੇ ਆਏ ਐ? ਬਾਬਾ ਸ਼੍ਰੀ ਚੰਦ ਕਹਿੰਦੇ ਤੂੰ ਝੋਲੀ ਤਾਂ ਕਰ। ਜਦੋਂ ਝੋਲੀ ਵਿੱਚ ਮੁੱਠ ਖੋਲੀ ਤੇ ਹੀਰੇ ਮੋਤੀ। ਉਹ ਜੋਗੀ ਕਹਿਣ ਲੱਗਾ ਵੀ ਪੁੱਤਰ ਉਹ ਸੰਤੋਖੀ ਸੀ, ਮੇਰੇ ਵਰਗਾ ਹੁੰਦਾ ਤੇ ਭੱਜ ਜਾਂਦਾ ਲੈ ਕੇ। ਅੱਜ ਨਕਲੀ ਬਾਬੇ ਆ ਨਾ, ਧਰਤੀ ਬਦਲ ਗਈ ਹੈ। ਉਦੋਂ ਸਤੋਗੁਣੀ ਸੀ, ਉਹ ਸੰਤੋਖੀ ਸੀ। ਉਹ ਕਹਿੰਦਾ ਪੁੱਤਰ ਮੈਂ ਇਹਨੂੰ ਆਟਾ ਉਟਾ ਦੇ, ਮੈਂ ਕੀ ਕਰਨਾ ਸੋਨਾ ਚਾਂਦੀ, ਇਹ ਤਾਂ ਗ੍ਰਿਸ਼ਤੀਆਂ ਲਈ ਹੈ। ਆ ਜਿਹੜੇ ਦਾਜ ਦੂਜ ਤੋਂ ਲੜਨ ਦੇ ਇਹਨਾਂ ਨੂੰ ਦੇ ਦਿਓ। ਛਾਪਾਂ ਤੋਂ ਲੜ ਪੈਂਦੇ, ਮਾਮੇ ਮਾਸੜ ਗੁੱਸੇ ਹੋ ਜਾਂਦੇ, ਕਹਿੰਦੇ ਦੂਜਿਆਂ ਨੂੰ ਪਵਾਤੀ ਤੇ ਮੇਰਾ ਹੱਥ ਟੁੰਡਾ ਸੀ, ਮੇਰੀ ਛਾਪ ਵੀ ਪਵਾ ਲੈਂਦੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਵਾਲਾ ਮੰਗ ਮੰਗ ਕੇ, ਤੈਨੂੰ ਫੇਰ ਦੱਸਣਾ ਜਦੋਂ ਦਰਗਾਹ 'ਚ ਗਿਆ। ਹਾਂਜੀ, ਇਸ ਕਰਕੇ ਕਥਾ ਸੁਣ ਕੇ ਤੇ ਮੰਗਣਾ ਨਹੀਂ ਕਦੇ, ਆਪੇ ਕੋਈ ਦੇ ਦੇ 100 ਵਾਰਾਂ ਦੇ ਦੇ। ਤੋ ਇਸ ਕਰਕੇ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਲੈ ਲਾ। ਇੰਨੇ ਚਿਰ ਨੂੰ ਮਾਤਾ ਜੀ ਆ ਗਏ ਤੇ ਉਹ ਜੋਗੀ ਕਹਿੰਦਾ ਮਾਂ ਤੇਰਾ ਬੱਚਾ ਬਹੁਤ ਅਮੀਰ ਹੈ, ਬੜੇ ਦਿਲ ਦਰਿਆ ਖੁੱਲੇ ਸੁਭਾਅ ਵਾਲਾ ਏ, ਇਹ ਸਾਨੂੰ ਹੀਰੇ ਮੋਤੀ ਦਿੰਦਾ, ਪਰ ਅਸੀਂ ਕੀ ਕਰਨੇ, ਇਹ ਗ੍ਰਿਸ਼ਤੀਆਂ ਵਾਸਤੇ, ਅਸੀਂ ਤਾਂ ਜੋਗੀ ਆ, ਜੋਗ ਕਮਾਉਣਾ ਏ। ਕਹਿਣ ਲੱਗੀ ਹੀਰੇ ਮੋਤੀ। ਜੋਗੀ ਨੇ ਆਖਿਆ ਵੇਖੋ ਮਾਂ ਝੋਲੀ 'ਚ ਸਾਰੇ ਕੱਢ ਕੇ ਮਾਤਾ ਸੁਲੱਖਣੀ ਨੂੰ ਦਿੱਤੇ। ਤੇ ਬਾਬਾ ਸ਼੍ਰੀ ਚੰਦ ਕਹਿੰਦੇ ਮਾਂ ਦੇ 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 ਦੇ, ਆਪਣੇ ਕੋਲ ਬੋਰੀ ਭਰੀ ਪਈ ਹੈ। ਤੋ ਮਾਂ ਕਹਿਣ ਲੱਗੀ ਕਿੱਥੇ ਬੋਰੀ ਭਰੀ ਹੈ? ਝੱਗੇ ਤੋਂ ਫੜ ਕੇ ਅੰਦਰ ਲੈ ਗਏ ਤੇ ਜਿਹੜੀ ਛੋਲਿਆਂ ਵਾਲੀ ਬੋਰੀ ਸੀ ਨਾ ਉਧਰ ਨੂੰ ਇਸ਼ਾਰਾ ਕਰਤਾ, ਕਹਿੰਦੇ ਆਵੇ। ਉਹ ਕਹਿੰਦੀ ਇਹ ਤਾਂ ਛੋਲੇ ਹੈ। ਪਰ ਜੋਗੀ ਚਰਨਾਂ ਤੇ ਢਹਿ ਪਿਆ, ਕਹਿੰਦੇ ਮਾਂ ਇਹਨੂੰ ਆਮ ਨਾ ਸਮਝੀ, ਇਹ ਕੋਈ ਵੱਡੀ ਤਾਕਤ, ਵੱਡੀ ਬ੍ਰਹਮੀ ਸ਼ਕਤੀ ਤੇਰੇ ਘਰ ਆਈ ਹੈ।
ਇਹਨੂੰ ਐਵੇਂ ਨਾ ਸਮਝੀ ਇਹ ਪੁੱਤਰ ਗੁਰੂ ਨਾਨਕ ਦਾ ਏ। ਤੇ ਗੁਰੂ ਨਾਨਕ ਕੌਣ ਸੀ? ਮੈਨੂੰ ਰੂਪ ਅੱਲਾ ਦਾ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਲੱਗਦਾ, ਦੁਨੀਆ ਤਾਰਨ ਆਇਆ ਏ। ਦੁਨੀਆ ਤਾਰਨ ਆਇਆ ਏ ਜੀ, ਜਗਤ ਸਵਾਰਨ ਆਇਆ ਏ। ਦੁਨੀਆ ਤਾਰਨ ਆਇਆ ਏ ਜੀ, ਜਗਤ ਸਵਾਰਨ ਆਇਆ ਏ। ਦੁਨੀਆ ਤਾਰਨ ਆਇਆ ਏ ਜੀ, ਜਗਤ ਸਵਾਰਨ ਆਇਆ ਏ। ਦੁਨੀਆ ਤਾਰਨ ਆਇਆ ਏ, ਜਗਤ ਸਵਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਹੀ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਹੀ ਲੱਗਦਾ, ਦੁਨੀਆ ਤਾਰਨ ਆਇਆ ਏ। ਮੈਨੂੰ ਰੂਪ ਅੱਲਾ ਦਾ ਹੀ ਲੱਗਦਾ, ਦੁਨੀਆ ਤਾਰਨ ਆਇਆ ਏ। ਵਾਹਿਗੁਰੂ ਜੀ ਕਾ ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ,